ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੋ ਆਓ ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਅਦਬ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਭਗਤ ਰਵਿਦਾਸ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਸੂਹੀ ਰਾਗ ਦੇ ਵਿੱਚ 793 ਅੰਗ ਤੋਂ ਸ਼ੁਰੂ ਹੋ ਕੇ 794 ਅੰਗ ਤੇ ਸਮਾਪਤ ਹੋ ਜਾਂਦਾ ਹੈ। ਗੁਰਬਾਣੀ ਦੇ ਵਿੱਚ ਇਨਸਾਨ ਨੂੰ ਜਗਾਉਣ ਲਈ ਗੁਰੂ ਸਾਹਿਬ ਨੇ, ਭਗਤਾਂ ਨੇ ਕੁਝ ਮੌਤ ਦੇ ਪ੍ਰਕਰਨ ਦਾ ਜ਼ਿਕਰ ਕੀਤਾ। ਉਹਦੀਆਂ ਉਦਾਹਰਨਾਂ ਦੇ ਕੇ ਸਾਡੀ ਆਤਮਾ ਨੂੰ ਸਮਝਾਇਆ, ਕਿਉਂਕਿ ਧਰਮ ਦੇ ਮਾਰਗ ਤੋਂ ਇਨਸਾਨ, ਧਰਮ ਦੀ ਸਮਝ ਤੋਂ ਇਨਸਾਨ ਧਰਮ ਦੇ ਮਾਰਗ ਤੇ ਨਹੀਂ ਚੱਲੇਗਾ। ਮੌਤ ਦੇ ਗਿਆਨ ਤੋਂ ਹੀ ਕੋਈ, ਮੌਤ ਦੀ ਸਮਝ ਪੈਂਦਿਆਂ ਹੀ ਕੋਈ ਧਰਮ ਦੇ ਮਾਰਗ ਤੇ ਚੱਲਦਾ। ਇੱਥੇ ਬਹੁਤ ਲੋਕ ਨੇ ਜਿਹੜੇ ਦੂਜਿਆਂ ਦੇ ਸਿਰ ਉੱਪਰ ਭਾਰ ਬਣਦੇ ਨੇ। ਇੱਥੇ ਬਹੁਤ ਲੋਕ ਨੇ ਜਿਹੜੇ ਦੁਰਾਚਾਰੀ ਨੇ, ਬਲਾਤਕਾਰੀ ਨੇ, ਵਿਭਚਾਰੀ ਨੇ, ਠੱਗ ਨੇ, ਧੋਖੇਬਾਜ਼ ਨੇ, ਚੋਰ ਨੇ, ਮਨਮੁਖ ਨੇ। ਉਹ ਤਾਂ ਹੀ ਤਾਂ ਨੇ, ਉਹਨਾਂ ਨੂੰ ਮੌਤ ਨਹੀਂ ਯਾਦ। ਮੌਤ ਨੂੰ ਭੁਲਾ ਕੇ ਹੀ ਉਹ ਸੋਚ ਲੈਂਦੇ ਨੇ ਅਸੀਂ ਸਦਾ ਵਾਸਤੇ ਇੱਥੇ ਹਾਂ। ਇਹੀ ਗੱਲਾਂ ਉਹਨਾਂ ਨੂੰ ਹੰਕਾਰ ਦੇ ਨਾਲ ਭਰਦੀਆਂ ਨੇ। ਇਸੇ ਗੱਲਾਂ ਦੇ ਨਾਲ ਹੀ ਉਹ ਬਹੁਤ ਸ਼ੋਰ ਸ਼ਰਾਬਾ ਕਰਦੇ ਨੇ, ਰੌਲਾ ਪਾਉਂਦੇ ਨੇ। ਜਦ ਕਿ ਗੁਰਮੁਖ ਜਿਹੜਾ ਹੈ, ਉਹਦੀ ਜ਼ਿੰਦਗੀ ਸਹਿਜੇ ਜਾਗੈ, ਸਹਿਜੇ ਸੋਵੈ, ਗੁਰਮੁਖ ਅਣਦਿਨ ਔਸਤਤ ਹੋਵੈ। ਗੁਰਮੁਖ ਦੀ ਜਿਹੜੀ ਜ਼ਿੰਦਗੀ ਆ, ਉਹ ਬੜੀ ਸਹਿਜ ਹੁੰਦੀ ਆ, ਬੜੀ ਸ਼ਾਂਤ ਹੁੰਦੀ ਆ। ਦੁਨੀਆ ਦੇ ਵਿੱਚ ਗੁਰੂ ਕੇ ਪਿਆਰਿਓ, ਜਿਤਨੀਆਂ ਵੀ ਵੱਡੀਆਂ ਵੱਡੀਆਂ ਚੀਜ਼ਾਂ ਨੇ ਜਿਹੜੀਆਂ ਹੋ ਰਹੀਆਂ ਨੇ, ਉਹ ਚੁੱਪਚਾਪ ਹੋ ਰਹੀਆਂ ਨੇ ਤੇ ਹੁੰਦੀਆਂ ਰਹੀਆਂ ਨੇ ਤੇ ਹੁੰਦੀਆਂ ਰਹਿਣਗੀਆਂ। ਸੂਰਜ ਇੱਥੇ ਚੁੱਪਚਾਪ ਚੜ੍ਹਦਾ, ਰੌਲਾ ਨਹੀਂ ਪਾਉਂਦਾ। ਚੁੱਪਚਾਪ ਹੀ ਮਾਂ ਦੀ ਕੁੱਖ ਦੇ ਵਿੱਚ ਬੱਚੇ ਦਾ ਜਨਮ ਹੁੰਦਾ। ਹੌਲੀ ਹੌਲੀ ਉਹ ਵੱਧਦਾ ਹੈ। ਮਾਂ ਨੂੰ ਵੀ ਮਸਾਂ ਹੀ ਪਤਾ ਲੱਗਦਾ ਕਿ ਵੱਧ ਰਿਹਾ। ਨਾਲੇ ਉਹਦੇ ਪੇਟ ਦੇ ਵਿੱਚ ਹੁੰਦਾ, ਉਦਰ ਦੇ ਵਿੱਚ ਹੁੰਦਾ। ਇੱਥੇ ਚੰਨ ਚੜ੍ਹਦਾ ਹੈ, ਉਹ ਵੀ ਚੁੱਪਚਾਪ ਚੜ੍ਹ ਕੇ ਚੁੱਪਚਾਪ ਅਲੋਪ ਹੋ ਜਾਂਦਾ। ਦੁਨੀਆ ਦੀਆਂ ਜਿੰਨੀਆਂ ਵੱਡੀਆਂ ਚੀਜ਼ਾਂ ਹੋ ਰਹੀਆਂ ਨੇ, ਉਹ ਰੌਲੇ ਤੋਂ ਬਿਨਾਂ ਹੁੰਦੀਆਂ ਨੇ। ਇਨਸਾਨ ਜਿਹੜਾ ਹੈ, ਉਹ ਚਾਹੁੰਦਾ ਹੈ ਰੌਲਾ ਪਾਉਣਾ। ਨਿੱਕੇ ਜਿਹੇ ਦੁੱਖ ਨੂੰ ਉਹ ਚੀਕਾਂ ਮਾਰਦਾ ਹੈ, ਤੇ ਵੱਡੀ ਜਿਹੜੀ ਖੁਸ਼ੀ ਹੁੰਦੀ ਆ, ਛੋਟੀ ਖੁਸ਼ੀ ਹੁੰਦੀ ਆ, ਉਹ ਵੀ ਇਹਦੇ ਤੋਂ ਬਰਦਾਸ਼ਤ ਨਹੀਂ ਹੁੰਦੀ। ਉਦੋਂ ਵੀ ਇਹ ਦੂਜਿਆਂ ਦੇ ਸਿਰ ਦਾ ਭਾਰ ਬਣ ਕੇ ਦੱਸਣਾ ਚਾਹੁੰਦਾ ਕਿ ਮੈਂ ਕੁਝ ਹਾਂ।
ਵੱਡੀਆਂ ਚੀਜ਼ਾਂ ਇੱਥੇ ਜਿੰਨੀਆਂ ਨੇ ਉਹ ਚੁੱਪ-ਚਾਪ ਹੋ ਰਹੀਆਂ ਨੇ, ਪਰ ਮਨੁੱਖ ਸ਼ੋਰ ਦਾ ਪੁਜਾਰੀ ਆ, ਰੌਲੇ ਦਾ ਪੁਜਾਰੀ ਆ। ਇੱਥੇ ਵੱਡੇ ਵੱਡੇ ਮੇਲੇ ਲੱਗਦੇ ਨੇ, ਲੋਕ ਇਕੱਠੇ ਹੁੰਦੇ ਨੇ, ਸ਼ੋਰ ਸ਼ਰਾਬਾ ਹੁੰਦਾ। ਦੁਨੀਆ ਦੇ ਲੋਕ ਉਹਨੂੰ ਰੌਣਕ ਕਹਿੰਦੇ ਨੇ, ਰੌਣਕ ਲੱਗੀ ਆ। ਰੌਣਕ ਤਾਂ ਅੰਦਰ ਦੀ ਕੋਈ ਚੀਜ਼ ਹੁੰਦੀ ਆ। ਦੁਨੀਆ ਦੇ ਵੱਡੇ ਵੱਡੇ ਕੰਮ ਚੁੱਪ-ਚਾਪ ਹੁੰਦੇ ਨੇ। ਸੂਰਜ ਰੌਲਾ ਪਾ ਕੇ ਨਹੀਂ ਚੜ੍ਹਦਾ। ਚੰਨ ਹੈ ਚੁੱਪ-ਚਾਪ ਚੜ੍ਹ ਕੇ ਚੁੱਪ-ਚਾਪ ਹੀ ਅਲੋਪ ਹੋ ਜਾਂਦਾ। ਮਾਂ ਦੀ ਕੁੱਖ ਦੇ ਵਿੱਚ ਬੱਚੇ ਦਾ ਵੱਡਾ ਹੋਣਾ, ਵਿਕਾਸ ਹੋਣਾ ਰੌਲਾ ਪਾ ਕੇ ਨਹੀਂ ਹੁੰਦਾ, ਚੁੱਪ-ਚਾਪ ਹੁੰਦਾ ਹੈ। ਦੁਨੀਆ ਦੇ ਤਮਾਮ ਕੰਮ ਜਿਹੜੇ ਨੇ ਸ਼ੋਰ ਸ਼ਰਾਬੇ ਤੋਂ ਬਿਨਾਂ ਹੁੰਦੇ ਨੇ, ਪਰ ਮਨੁੱਖ ਚਾਹੁੰਦਾ ਹੈ ਰੌਲਾ ਪਾਉਣਾ। ਨਿੱਕੇ ਜਿਹੇ ਦੁੱਖ ਨੂੰ ਸਿਰ ਤੇ ਚੁੱਕ ਲੈਂਦਾ ਹੈ, ਨਿੱਕੀ ਜਿਹੀ ਖੁਸ਼ੀ ਮਿਲਣ ਤੇ ਪੈਰ ਛੱਡ ਦਿੰਦਾ ਹੈ। ਇੱਥੇ ਮੇਲੇ ਲੱਗਦੇ ਨੇ, ਭੀੜ ਇਕੱਠੀ ਹੁੰਦੀ ਆ, ਲੋਕ ਉਹਨਾਂ ਨੂੰ ਰੌਣਕ ਕਹਿੰਦੇ ਨੇ, ਪਰ ਰੌਣਕ ਤਾਂ ਅੰਦਰ ਦੀ ਕੋਈ ਚੀਜ਼ ਹੁੰਦੀ ਆ। ਭਗਤ ਰਵਿਦਾਸ ਜੀ ਸਾਰਾ ਹੀ ਇਸ ਸ਼ਬਦ ਦੇ ਅੰਦਰ ਬੰਦੇ ਨੂੰ ਆਪਦੇ ਅੰਦਰ ਨੂੰ ਟਿਕਾਉਣ ਲਈ ਕਹਿ ਰਹੇ ਨੇ। ਇਵੇਂ ਕਹਿੰਦੇ ਨੇ, ਸੂਹੀ ਰਾਗ ਦਾ ਨਾਮ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਜੋ ਦਿਨ ਆਵੇ ਸੋ ਦਿਨ ਜਾਹੀ। ਜਿਹੜਾ ਦਿਨ ਚੜ੍ਹਿਆ ਹੈ, ਜਿਹੜਾ ਦਿਨ ਆਇਆ ਹੈ, ਉਹ ਜਾਵੇਗਾ। ਕੱਲਾ ਦਿਨ ਨਹੀਂ ਜਾਵੇਗਾ, ਤੇਰੀ ਉਮਰ ਵੀ ਨਾਲ ਜਾਵੇਗੀ। ਕੱਲਾ ਦਿਨ ਨਹੀਂ ਜਾਵੇਗਾ, ਕੱਲਾ ਸਮਾਂ ਨਹੀਂ ਬੀਤੇਗਾ, ਤੂੰ ਵੀ ਨਾਲ ਬੀਤੇਗਾ। ਕਰਨਾ ਕੂਚ ਰਹਿਣ ਥਿਰ ਨਾਹੀ। ਮਰਨਾ ਨਾਮ ਹੈ ਮੁੱਕ ਜਾਣੇ ਦਾ, ਮੁੱਕ ਗਿਆ ਬਸ ਹੋਈ। ਮਰ ਗਿਆ ਜਿਹੜਾ ਦੁਨੀਆ ਵਿੱਚੋਂ, ਮੁੜ ਕੇ ਮਿਲਿਆ ਨਾ ਕੋਈ। ਦਮ ਦੇ ਨਾਲ ਆਦਮ ਬਣਿਆ, ਦਮ ਮੁੱਕਾ ਬਸ ਹੋਇਆ। ਇੱਕ ਦਿਨ ਤੇਰੀਆਂ ਗੱਲਾਂ ਹੁਸਨ, ਅੱਜ ਰੰਗੀਲਾ ਸੋਇਆ। ਹੁਸਨ ਜਵਾਨੀ ਪਾਣੀ ਕੀ ਤਰ੍ਹਾਂ ਬਹਿ ਜਾਏਗੀ, ਇੱਕ ਦਿਨ ਫੋਟੋ ਹੀ ਯਾਦਗਾਰ ਰਹਿ ਜਾਏਗੀ। ਕਰਨਾ ਕੂਚ ਰਹਿਣ ਥਿਰ ਨਾਹੀ। ਸਿੱਧਾ ਸਿੱਧਾ ਭਗਤ ਜੀ ਕਹਿ ਰਹੇ ਨੇ, ਇਹ ਹੁਸਨ, ਇਹ ਜਵਾਨੀ, ਇਹ ਚਤਰਾਈਆਂ, ਸਿਆਣਪਾਂ, ਚੰਚਲਤਾ ਪਾਣੀ ਕੀ ਤਰ੍ਹਾਂ ਬਹਿ ਜਾਏਗੀ। ਇੱਕ ਦਿਨ ਹੈ ਇਨਸਾਨ ਤੇਰੀ ਫੋਟੋ ਹੀ ਯਾਦਗਾਰ ਰਹਿ ਜਾਏਗੀ। ਕਰਨਾ ਕੂਚ ਰਹਿਣ ਥਿਰ ਨਾਹੀ। ਇੱਕ ਦਿਨ ਚਲੇ ਜਾਣਾ ਹੈ। ਜੇ ਚਲੇ ਜਾਣਾ ਫਿਰ ਕਹਿੰਦੇ ਚੱਜ ਨਾਲ ਜਾਈਏ। ਜੇ ਜਾਣਾ ਹੀ ਆ ਤੇ ਚੱਜ ਨਾਲ ਮਰੀਏ, ਜੇ ਮਰਨਾ ਹੀ ਆ ਤਾਂ ਜਿਉਣਾ ਸਿੱਖੀਏ। ਇਸ ਕਰਕੇ ਭਗਤ ਜੀ ਸਾਨੂੰ ਕਹਿੰਦੇ ਨੇ, ਸੰਗ ਚਲਤ ਹੈ ਹਮ ਭੀ ਚਲਣਾ। ਗੁਰੂ ਅਮਰਦਾਸ ਜੀ ਮਹਾਰਾਜ ਜੀ, ਉਹਨਾਂ ਦਾ ਇੱਕ ਸ਼ਬਦ ਹੈ ਬਹੁਤ ਸੁੰਦਰ ਆ। ਆਪ ਜੀ ਕਹਿੰਦੇ ਨੇ, ਇੱਕ ਸੱਜਣ ਚੱਲੇ। ਇੱਕ ਸੱਜਣ ਗਏ ਨੇ, ਸੰਸਾਰ ਤੋਂ ਜਾ ਚੁੱਕੇ ਨੇ। ਇੱਕ ਸੱਜਣ ਚੱਲੇ, ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਹੇ। ਇੱਕ ਜਾ ਚੁੱਕੇ ਸੀ, ਇੱਕ ਜਾ ਚੁੱਕੇ ਨੇ, ਇੱਕ ਜਾ ਰਹੇ ਨੇ। ਜਦੋਂ ਮੈਂ ਸੰਸਾਰ ਦੇ ਵੱਲ ਵੇਖਦਾ, ਸੰਸਾਰ ਦੇ ਵਿੱਚ ਪਲ ਪਲ ਦੇ ਵਿੱਚ ਤਬਦੀਲੀ ਹੋ ਰਹੀ ਆ। ਇੱਥੇ ਸਦਾ ਕੋਈ ਚੀਜ਼ ਪੱਕੀ ਨਹੀਂ ਹੈ। ਇਹ ਗੱਲ ਕਹਿਣੀ ਹੋਰ ਆ, ਸੁਣਨੀ ਹੋਰ ਆ, ਮਹਿਸੂਸ ਕਰਨੀ, ਇਹਦੇ ਨਾਲ ਜ਼ਿੰਦਗੀ ਬਦਲੇਗੀ। ਪੈਰ ਪਸਾਰ ਇੱਥੇ ਨਹੀਂ ਰਹਿਣਾ, ਕਿਆ ਰਾਜਾ ਕਿਆ ਰਾਣਾ। ਤੂੰ ਘੱਲਿਆ ਸੀ ਜੱਗ ਵਿੱਚ ਆਏ, ਤੂੰ ਸੱਦੇ ਉੱਠ ਜਾਣਾ। ਪੈਰ ਪਸਾਰ ਇੱਥੇ ਨਹੀਂ ਰਹਿਣਾ, ਕਿਆ ਰਾਜਾ ਕਿਆ ਰਾਣਾ। ਦੁਸ਼ਮਨ ਮਰੇ ਦੀ ਖੁਸ਼ੀ ਨਾ ਕਰੀਏ, ਕਿਤੇ ਸੱਜਣਾ ਵੀ ਮਰ ਜਾਣਾ। ਲੱਖ ਵਰੇ ਦੀ ਹੋਵੇ ਆਰਜੂ, ਓੜਕ ਨੂੰ ਤੁਰ ਜਾਣਾ। ਇੱਕ ਸੱਜਣ ਚੱਲੇ, ਇੱਕ ਚੱਲ ਗਏ। ਗੁਰੂ ਅਮਰਦਾਸ ਜੀ, ਰਹਿੰਦੇ ਪੀ ਫੁਨ ਜਾਹੇ। ਕਹਿੰਦੇ ਇਹ ਅਫਸੋਸ ਨਹੀਂ ਕਿ ਕੋਈ ਚਲਿਆ ਗਿਆ, ਇਸ ਗੱਲ ਦਾ ਅਫਸੋਸ ਨਹੀਂ, ਕਿਉਂਕਿ ਸਭ ਨੇ ਜਾਣਾ। ਅਫਸੋਸ ਪਤਾ ਕਿਹੜੀ ਗੱਲ ਦਾ ਹੈ, ਕਿ ਉਹਨੇ ਨਾਮ ਨਹੀਂ ਜਪਿਆ,
ਉਹਨੇ ਬੰਦਗੀ ਨਹੀਂ ਕੀਤੀ, ਉਹਨੇ ਨਾਮ ਨਹੀਂ ਜਪਿਆ, ਉਹਨੇ ਬੰਦਗੀ ਨਹੀਂ ਕੀਤੀ। ਉਹ ਵਿਚਾਰਾ ਰੋਜ਼ ਮਰਦਾ ਸੀ ਤੇ ਇੱਕ ਦਿਨ ਮਰ ਗਿਆ ਸਰੀਰ ਕਰਕੇ। ਜਿਹੜਾ ਨਾਮ ਨਹੀਂ ਜਪਦਾ ਉਹ ਤਾਂ ਰੋਜ਼ ਹੀ ਮਰਦਾ। ਜਿਹੜਾ ਗੁਰੂ ਨਾਲ ਪਿਆਰ ਨਹੀਂ ਕਰਦਾ ਉਹ ਤਾਂ ਰੋਜ਼ ਹੀ ਮਰਿਆ ਹੋਇਆ। ਜਿਨੀ ਸਤਿਗੁਰ ਨਾ ਸੇਵਿਓ ਸੇ ਆਏ ਗਏ ਪਛਤਾਹੇ। ਗੱਲ ਇਹ ਆ, ਗੱਲ ਇਹ ਨਹੀਂ ਕਿ ਉਹ ਮਰ ਗਿਆ ਜਾਂ ਆਪਾਂ ਮਰ ਜਾਣਾ। ਗੱਲ ਇਹ ਆ ਵੀ ਆਪਾਂ ਮਰਾਂਗੇ ਕਿਵੇਂ, ਕਿਹੜੀ ਚੀਜ਼ ਲੈ ਕੇ ਮਰਾਂਗੇ। ਕਿਆ ਮੰਗੂ ਕਿਛ ਥਿਰ ਨਾਹੀ, ਰਾਮ ਨਾਮ ਰਖ ਮਨ ਮਾਹੀ। ਮੈਂ ਕੀ ਮੰਗਾਂ, ਕੀ ਮੰਗਾਂ ਮੈਂ? ਵਾਹਿਗੁਰੂ ਜੀ ਮੈਂ ਕੀ ਮੰਗਾਂ? ਇੱਥੇ ਕੁਝ ਵੀ ਸਦਾ ਵਾਸਤੇ ਨਹੀਂ ਆ, ਕੁਝ ਵੀ ਸਦਾ ਵਾਸਤੇ ਨਹੀਂ ਆ। ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਭਗਤ ਰਵਿਦਾਸ ਜੀ ਕਹਿੰਦੇ ਨੇ ਸੰਗ ਚਲਤ ਹੈ, ਮੈਂ ਵੀ ਤੇਰੇ ਸੰਗ ਜਾਣਾ ਹੈ ਸਾਥੀ। ਤੂੰ ਗਿਆ ਤੇ ਮੈਂ ਵੀ ਆਵਾਂਗਾ। ਅਸਾਂ ਪੇ ਉੱਥੇ ਜਾਣਾ, ਜਿੱਥੇ ਸਾਡੇ ਮਾਂ ਪਿਓ ਗਏ, ਦਾਦੇ ਪੜਦਾਦੇ ਗਏ, ਉਹਨਾਂ ਦੀਆਂ ਪੀੜ੍ਹੀਆਂ ਜਾ ਕੇ ਸਮਾ ਗਈਆਂ। ਅਸਾਂ ਪੇ ਉੱਥੇ ਜਾਣਾ, ਦੂਰ ਗਵਨ ਸਿਰ ਉੱਪਰ ਮਰਨਾ। ਪਰ ਬੰਦੇ ਨੇ ਮੌਤ ਨੂੰ ਬੜੀ ਦੂਰ ਸਮਝਿਆ ਹੋਇਆ। ਦੂਰ ਗਵਨ, ਜਿਹੜੀ ਚੀਜ਼ ਸਿਰ ਤੇ ਖੜੀ ਆ, ਸਿਰ ਉੱਪਰ ਮਰਨਾ, ਉਹਨੂੰ ਦੂਰ ਮੰਨਿਆ ਹੋਇਆ। ਦੂਰ ਗਵਨ, ਅਜਾਣ ਬੰਦੇ ਨੇ, ਭੋਲੇ ਬੰਦੇ ਨੇ ਉਹ ਚੀਜ਼ ਬਹੁਤ ਦੂਰ ਸਮਝੀ ਆ ਜਿਹੜੀ ਇਹਦੇ ਸਿਰ ਤੇ ਆ ਕੇ ਖੜੀ ਆ। ਫਿਰ ਇਹ ਬੰਦੇ ਨੂੰ ਕੀ ਕਿਹਾ ਜਾਏਗਾ? ਇਆਣਾ, ਨਿਆਣਾ, ਅਜਾਣ, ਬੇਹੋਸ਼ ਬੰਦਾ। ਇੱਦਾਂ ਵੀ ਪੰਕਤੀ ਹੈ ਇੱਕ ਬਾਣੀ ਦੇ ਵਿੱਚ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖੋ ਚੀਤ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਹੇ ਇਨਸਾਨ, ਮੈਂ ਤੈਨੂੰ ਇੱਕ ਗੱਲ ਹੀ ਕਹਿਣੀ ਚਾਹੁੰਦਾ ਹਾਂ। ਤੇਰੇ ਸਿਰ ਦੇ ਉੱਪਰ ਮੌਤ ਰੂਪੀ ਕਾਲ ਸਰਪ ਬਣ ਕੇ ਫਨ ਫੈਲਾਈ ਬੈਠਾ। ਕੱਲਾ ਫਣ ਨਹੀਂ ਫੈਲਾਇਆ, ਉਹਨੇ ਮੂੰਹ ਵੀ ਖੋਲਿਆ ਹੋਇਆ। ਤੇ ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖੋ ਚੀਤ। ਇਹਨੇ ਅੱਜ ਜਾਂ ਕੱਲ ਤੈਨੂੰ ਡੰਗ ਮਾਰਨਾ ਹੀ ਆ। ਅੱਜ ਕੱਲ ਕਰਦਿਆਂ ਕਾਲ ਵਿਆਪੈ। ਅੱਜ ਜਾਂ ਕੱਲ ਜਿਹੜਾ ਇਹ ਮੌਤ ਰੂਪੀ ਸਰਪ ਹੈ, ਜਿਹਨੇ ਮੂੰਹ ਵੀ ਖੋਲਿਆ ਹੋਇਆ, ਫਨ ਵੀ ਖਿਲਾਰਿਆ ਹੋਇਆ, ਇਹ ਅੱਜ ਜਾਂ ਕੱਲ ਤੈਨੂੰ ਮਾਰ ਦੂਗਾ। ਮਹਾਤਮਾ ਬੁੱਧ ਜੀ ਦਾ ਮੈਂ ਗ੍ਰੰਥ ਪੜ੍ਹਿਆ ਸੀ, ਉਹਦਾ ਨਾਮ ਹੈ ਧੰਮਪਦ। ਉਹ 'ਚ ਇੱਕ ਗੱਲ ਬੜੀ ਸੋਹਣੀ ਲਿਖੀ ਆ, ਬੰਦੇ ਦੇ ਹੰਕਾਰ ਨੂੰ ਦੂਰ ਕਰਨ ਲਈ ਆ। ਕਹਿੰਦੇ ਅਫਸੋਸ ਹੈ, ਇੱਥੋਂ ਗੱਲ ਸ਼ੁਰੂ ਹੁੰਦੀ ਆ। ਅਫਸੋਸ ਹੈ ਬੰਦਿਆ ਤੂੰ ਬੰਦਗੀ ਨਹੀਂ ਕੀਤੀ, ਜਲਦੀ ਹੀ ਤੇਰਾ ਸਰੀਰ ਧਰਤੀ ਤੇ ਪਿਆ ਹੋਵੇਗਾ, ਨਿਰਜਿੰਦ ਬੇਸੁੱਧ ਲੱਕੜੀ ਦੇ ਵਾਂਗ। ਅਫਸੋਸ ਹੈ, ਧੰਮਪਦ ਦੇ ਵਿੱਚ ਉਹ ਲਿਖਦੇ ਨੇ। ਅਫਸੋਸ ਕਿਸ ਗੱਲ ਦਾ? ਇਹ ਗੱਲ ਦਾ ਨਹੀਂ ਕਿ ਤੂੰ ਮਰ ਗਿਆ, ਅਫਸੋਸ ਇਸ ਗੱਲ ਦਾ ਹੀ ਆ ਕਿ ਤੂੰ ਬੰਦਗੀ ਨਹੀਂ ਕਰ ਸਕਿਆ। ਜੋ ਖੱਟਣਾ ਸੀ ਉਹ ਖੱਟ ਨਹੀਂ ਸਕਿਆ। ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਤੁਹਾਡੇ ਨਾਲ, ਮੇਰੇ ਨਾਲ, ਸਭ ਨਾਲ ਇਹ ਹੋਣਾ ਹੀ ਆ। ਇੱਕ ਨਾ ਇੱਕ ਦਿਨ ਅਨਾਉਂਸ ਹੋਵੇਗਾ ਕਿ ਫਲਾਣਾ ਬੰਦਾ, ਅਸੀਂ, ਮੈਂ, ਤੁਸੀਂ ਨਹੀਂ ਰਹੇ। ਗੱਲ ਇਹ ਨਹੀਂ ਕਿ ਤੁਸੀਂ ਜਾਣੇ ਹੋ, ਆਪਾਂ ਜਾਣਾ, ਮੈਂ ਜਾਣਾ। ਗੱਲ ਇਹ ਆ ਵੀ ਜਾਣਾ ਕਿਵੇਂ ਆ, ਗਏ ਕਿਵੇਂ ਸੀ। ਦੂਰ ਗਵਨ ਸਿਰ ਉੱਪਰ ਮਰਨਾ। ਜਿਉਣਾ ਨਹੀਂ ਆਇਆ, ਗੁਰੂ ਵਾਲੀ ਜ਼ਿੰਦਗੀ ਨੂੰ ਜਿਉਣਾ ਨਹੀਂ ਆਇਆ। ਦੇਖਿਓ ਇੱਥੇ ਬਹੁਤ ਧਨਾੜ ਲੋਕ ਵੀ ਹੈਗੇ ਨੇ, ਦੁਨੀਆ 'ਚ ਧਨਾੜ ਲੋਕ ਵੀ ਹੈਗੇ ਆ, ਦੁਨੀਆ 'ਚ ਗਰੀਬ ਲੋਕ ਵੀ ਹੈਗੇ ਆ। ਭਗਤ ਰਵਿਦਾਸ ਜੀ ਦਾ ਸ਼ਬਦ ਆ, ਗੁਰਬਾਣੀ ਦੇ ਅਨੁਸਾਰ ਜੇ ਦੇਖੀਏ 90% ਭਗਤ ਗਰੀਬ ਹੀ ਨੇ। 90% ਭਗਤ ਗਰੀਬ ਹੀ ਨੇ। 10% ਦੇਖਣ ਨੂੰ ਮਿਲਦਾ ਕਿਤੇ ਕਿਤੇ ਕੋਈ ਰਾਜਾ ਹੋਇਆ, ਉਹ ਭਗਤ ਬਣਿਆ। 15 ਭਗਤ ਨੇ, ਉਹਨਾਂ ਵਿੱਚੋਂ 14 ਭਗਤ ਗਰੀਬੀ 'ਚ ਹੀ ਨੇ।
ਇੱਕ ਭਗਤ ਰਾਜਾ ਹੈ, ਉਹਨਾਂ ਦਾ ਨਾਮ ਹੈ ਭਗਤ ਪੀਪਾ ਜੀ। ਰਾਜੇ ਸਨ ਰਿਆਸਤ ਦੇ, ਤੇ ਉਹ ਜਾ ਕੇ ਭਗਤ ਬਣਦੇ ਨੇ। 15 ਦੇ ਵਿੱਚੋਂ ਇੱਕ ਬਣਦੇ ਨੇ। ਕਹਿਣ ਦਾ ਭਾਵ ਇਹ ਆ, ਜਿਹੜੀ ਗਰੀਬੀ ਆ, ਜਿਹੜਾ ਦੁੱਖ ਆ, ਉਹਦੇ ਵਿੱਚ ਬੰਦੇ ਨੂੰ ਰੱਬ ਦੀ ਯਾਦ ਬਣੀ ਰਹਿੰਦੀ ਆ। ਉਹਦੇ ਵਿੱਚ ਸਾਨੂੰ ਪਰਮਾਤਮਾ ਨਾ ਭੁੱਲੇ, ਇਹ ਘੱਟ % ਹੀ ਹੁੰਦਾ। ਨਹੀਂ, ਬਹੁਤੇ ਲੋਕ ਦਾਰੂ ਬਣਾ ਲੈਂਦੇ ਨੇ, ਪਰਮਾਤਮਾ ਦੇ ਨਾਮ ਨੂੰ ਦੁਆ ਬਣਾ ਲੈਂਦੇ ਨੇ, ਤੇ ਉਹਨੂੰ ਯਾਦ ਕਰਕੇ ਉਹਨਾਂ ਨੂੰ ਠੰਡਕ ਮਿਲਦੀ ਆ। ਗਰੀਬੀ ਵਿੱਚ ਉਹਨਾਂ ਦਾ ਸਹਾਰਾ ਵਾਹਿਗੁਰੂ ਹੁੰਦਾ, ਤੇ ਉਹ ਪ੍ਰੇਮ ਨਾਲ ਉਹਨੂੰ ਯਾਦ ਕਰਦੇ ਨੇ, ਤੇ ਉਹ ਭਗਤ ਬਣ ਜਾਂਦੇ ਨੇ। ਅਮੀਰੀ ਦੇ ਵਿੱਚ ਬੜਾ ਕੁਝ ਬੰਦੇ ਦਾ ਡੁੱਬਦਾ, ਅੰਮ੍ਰਿਤ ਵੇਲਾ ਬੰਦੇ ਦਾ ਡੁੱਬ ਜਾਂਦਾ। ਗੁਰੂ ਦੀ ਬਾਣੀ ਨਹੀਂ ਪੜ੍ਹਦਾ, ਉਹ ਵੀ ਡੁੱਬ ਜਾਂਦੀ ਆ, ਤੇ ਉਹਦੇ ਸਦਗੁਣ ਜਿਹੜੇ ਨੇ, ਸ਼ੁਭ ਗੁਣ ਜਿਹੜੇ ਨੇ, ਡੁੱਬ ਜਾਂਦੇ ਨੇ। ਚੰਗਿਆਈਆਂ ਡੁੱਬ ਜਾਂਦੀਆਂ। ਜ਼ਿਆਦਾ ਕਰਕੇ ਹੁੰਦਾ ਇਹਨੂੰ ਹਜ਼ਰਤ ਈਸਾ ਨੇ ਇਵੇਂ ਆਖਿਆ ਸੀ, ਜਿਹੜੇ ਬਾਈਬਲ ਦੇ ਕਰਤਾ ਨੇ। ਕਹਿੰਦੇ ਨੇ, ਜੇਕਰ ਸੂਈ ਦੇ ਨੱਕੇ ਵਿੱਚੋਂ ਊਠ ਲੰਘ ਜੇ, ਮੈਨੂੰ ਕੋਈ ਆ ਕੇ ਕਹੇ ਐਵੇਂ ਹੋ ਗਿਆ, ਕਹਿੰਦੇ ਮੈਂ ਮੰਨ ਲੈਣਾ ਵੀ ਹੋ ਜਾਊਗਾ, ਇਹ ਭਾਵੇਂ ਮੰਨਣ ਯੋਗ ਨਹੀਂ, ਪਰ ਮੈਂ ਮੰਨ ਲੂੰਗਾ। ਸੂਈ ਦਾ ਨੱਕਾ, ਉਹ ਚੋਂ ਊਠ ਕਿਵੇਂ ਲੰਘ ਜੂ ਭਲਾ, ਕਹਿੰਦੇ ਇਹ ਤਾਂ ਮੈਂ ਮੰਨ ਲੂੰਗਾ। ਮੈਨੂੰ ਕੋਈ ਆ ਕੇ ਕਹਿ ਦਵੇ ਅਮੀਰ ਬੰਦੇ ਨੇ ਰੱਬ ਨੂੰ ਪਾਲਿਆ, ਮੈਂ ਨਹੀਂ ਮੰਨਾਂਗਾ। ਆਪ ਆਪਣੀ ਬੁੱਧ ਹੈ ਜੀਤੀ। ਕਿਉਂ? ਉਹਨਾਂ ਨੂੰ ਭਰੋਸਾ ਨਹੀਂ ਕਿ ਅਮੀਰ ਬੰਦਾ ਵੀ ਰੱਬ ਨੂੰ ਪਾ ਸਕਦਾ। ਕਾਰਨ ਉਹਦਾ ਸਭ ਕੁਝ ਡੁੱਬ ਜਾਂਦਾ, ਉਹਦੀ ਅਮੀਰੀ 'ਚ, ਉਹਦੀਆਂ ਦੌਲਤਾਂ 'ਚ, ਉਹਦੀਆਂ ਸ਼ੌਹਰਤਾਂ 'ਚ। ਤੇ ਭਗਤ ਪਤਾ ਕੀ ਕਹਿੰਦੇ ਨੇ, ਗਰੀਬੀ ਤੂੰ ਚੰਗੀ ਆ, ਤੂੰ ਬਣੀ ਰਹਿ, ਕਿਉਂਕਿ ਤੇਰੇ ਕਰਕੇ ਹੀ ਉਹ ਮਾਲਕ ਦੀ ਜਿਹੜੀ ਯਾਦ ਆ ਉਹ ਆਉਂਦੀ ਹੈ। ਭਗਤ ਰਵਿਦਾਸ ਜੀ ਚੌਂਕ ਦੇ ਵਿੱਚ ਜੁੱਤੀਆਂ ਗੰਢਦੇ ਗੰਢਦੇ ਲੋਕਾਂ ਦਾ ਦਿਲ ਬਾਣੀ ਦੇ ਨਾਲ ਗੰਢ ਦਿੰਦੇ ਸੀ। ਐਸਾ ਉਹਨਾਂ ਦਾ ਜੀਵਨ ਸੀ। ਤੁਹਾਨੂੰ ਅੱਜ ਚੌਂਕ ਦੇ ਵਿੱਚ ਬੈਠੇ ਮੋਚੀ ਮਿਲ ਜਾਣਗੇ, ਭਗਤ ਜੀ ਵਰਗਾ ਕੋਈ ਮਿਲਦਾ ਨਹੀਂ। ਚੱਪੇ ਚੱਪੇ ਤੇ ਚੌਂਕ 'ਚ ਮੋਚੀ ਬੈਠੇ ਹੁੰਦੇ ਨੇ, ਬੱਸ ਸਟੈਂਡ 'ਤੇ ਮਿਲਣਗੇ, ਤੁਹਾਨੂੰ ਰੇਲਵੇ ਸਟੇਸ਼ਨ 'ਤੇ ਮਿਲਣਗੇ, ਤੁਹਾਨੂੰ ਬਾਜ਼ਾਰਾਂ 'ਚ ਮਿਲਣਗੇ। ਪਤਾ ਭਗਤ ਜੀ ਜੈਸਾ ਕਿਉਂ ਨਹੀਂ ਮਿਲਣਾ। ਗੱਲ ਗਰੀਬੀ ਦੀ ਵੀ ਨਹੀਂ, ਗੱਲ ਅਮੀਰੀ ਦੀ ਵੀ ਨਹੀਂ, ਗੱਲ ਹੈ ਪ੍ਰੇਮ ਦੀ, ਗੱਲ ਹੈ ਸਮਝ ਦੀ। ਉਹ ਕਾਹਦੀ ਸਮਝ ਆ? ਮੌਤ ਦੀ ਸਮਝ ਕੇ ਮੈਂ ਮਰ ਜਾਣਾ। ਜੇ ਮਰਨਾ ਤਾਂ ਇੱਕ ਦਿਨ ਤਾਂ ਅੱਜ ਮੈਂ ਚੰਗਾ ਜਿਉਂ ਕੇ ਜਾਣਾ ਹੈ। ਗੱਲ ਇਸ ਦੀ ਆ। ਦੂਰ ਗਗਨ ਪਰ ਉਹ ਬੰਦੇ ਨੂੰ ਯਾਦ ਨਹੀਂ, ਸਿਰ ਉੱਪਰ ਮਰਨਾ। ਮਰਨਾ ਬੰਦੇ ਦੇ ਸਿਰ ਤੇ ਆ, ਪਰ ਉਹਨੂੰ ਦੂਰ ਸਮਝੀ ਫਿਰਦਾ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਣਾ। ਤੂੰ ਉਹ ਜੀਵਨ ਨੂੰ ਸੱਚ ਮੰਨੀ ਫਿਰਦਾ ਜਿਹੜਾ ਕਿ ਬੜਾ ਝੂਠ ਆ, ਜਿਹੜਾ ਕਿ ਬਹੁਤ ਜ਼ਿਆਦਾ। ਸਭ ਤੋਂ ਝੂਠ ਕੀ ਆ ਬੰਦੇ ਦਾ ਜਿਉਣਾ? ਜ਼ਿੰਦਗੀ ਝੂਠ ਆ, ਮਰਨਾ ਸੱਚ ਆ। ਤੈਂ ਜੀਵਨ ਜਗ ਸੱਚ ਕਰ ਜਾਣਾ, ਤੇ ਤੂੰ ਉਲਟੀ ਚੀਜ਼ ਕਰੀ ਫਿਰਦਾ ਬੰਦਿਆ। ਤੂੰ ਮੌਤ ਨੂੰ ਮੰਨੀ ਫਿਰਦਾ, ਇਹ ਕਿਸੇ ਵਾਸਤੇ ਬਣੀ ਆ? ਤੂੰ ਜ਼ਿੰਦਗੀ ਨੂੰ ਸੱਚ ਮੰਨੀ ਫਿਰਦਾ। ਤੈਨੂੰ ਯਕੀਨ ਨਹੀਂ ਆ ਰਿਹਾ। ਭਗਤ ਜੀ ਕਹਿੰਦੇ ਕਿਉਂ ਨਹੀਂ ਆ ਰਿਹਾ? ਤੂੰ ਸੁੱਤਾ ਪਿਆ ਹੈ, ਤੇਰਾ ਮਨ ਨਹੀਂ ਜਾਗਿਆ। ਜਾਗ 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 ਲੈ ਹੋ ਰੇ ਮਨਾ, ਜਾਗ ਲੈ ਹੋ ਕਹਾਂ ਗਾਫਲ ਸੋਇਆ। ਧਰਮ ਰਾਏ ਨੇ ਜਦੋਂ ਜਮਦੂਤ ਘੱਲੇ, ਤੇ ਫਿਰ ਕੀ ਹੋਵੇਗਾ? ਧੁਰ ਦੀ ਚਿੱਠੀ ਫੜਾਉਣਗੇ ਆਣ ਬੰਦੇ। ਉਸ ਦਿਨ ਤੈਨੂੰ ਯਕੀਨ ਹੋਊਗਾ। ਆ ਖਾਲੀ ਪਿੰਜਰਾ ਖੜਕਦਾ ਰਹਿ ਜਾਣਾ, ਲਾ ਜਾਊਗਾ ਪੌਰ ਉਡਾਣ ਬੰਦੇ। ਤੇਰੀ ਸਾਂਝ ਪਰਿਵਾਰ ਨਾਲੋਂ ਮੁੱਕ ਜਾਣੀ, ਵਿੱਚ ਰਹੇ ਨਾ ਜਦੋਂ ਪ੍ਰਾਣ ਬੰਦੇ। ਸਾਰੇ ਤੱਕਣਗੇ ਤੈਨੂੰ, ਤੂੰ ਤੱਕਣਾ ਨਹੀਂ, ਪਿਆ ਹੋਏਗਾ ਲੰਮੀਆਂ ਤਾਣ ਬੰਦੇ। ਭਾਈਚਾਰੇ ਨੇ ਕਰਵਾ ਦੇਣਾ ਤੈਨੂੰ ਜਾਂਦੀ ਵਾਰ ਦਾ ਇਸ਼ਨਾਨ ਬੰਦੇ। ਤੇਰੀ ਅਰਥੀ ਨੂੰ ਆਪਣੇ ਲਾ ਮੋਢੇ, ਤੈਨੂੰ ਵੱਲ ਸ਼ਮਸ਼ਾਨ ਲੈ ਜਾਣ ਬੰਦੇ। ਤੇਰੇ ਨਾਲ ਸੀ ਜਿਨ੍ਹਾਂ ਦਾ ਰੋਸ ਭਾਵੇਂ, ਅੱਜ ਅਥਰੂ ਕੇਰਦੇ ਜਾਣ ਬੰਦੇ। ਨਹੀਂ ਰਬਾਬੀਆ ਪਰਤ ਕੇ ਫੇਰ ਆਉਣਾ, ਛੱਡ ਜਾਏਗਾ ਜਗ ਜਹਾਨ ਬੰਦੇ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਜਿਉਂ ਬਲ ਫਲ ਪਾਕੇ ਭੋਏ ਗਿਰਹੇ, ਪੱਕਿਆ ਹੋਇਆ ਫਲ ਜਿਵੇਂ ਜ਼ਮੀਨ ਤੇ ਡਿੱਗ ਪੈਂਦਾ, ਮੁੜ ਕੇ ਟਾਹਣੀ ਨਾ ਨਹੀਂ ਲੱਗਦਾ।
ਜਿਉਂ ਬੰਨ ਫਲ ਪਾਕੇ ਭੋਏ ਗਿਰੇ ਬਹੁਰ ਨਾ ਲਾਗੇ ਡਾਰ। ਇਵੇਂ ਤੇਰੀ ਜ਼ਿੰਦਗੀ ਆ। ਮਾਨਸ ਜਨਮ ਦੁਰਲੰਭ ਹੈ, ਬੜੀ ਕਿਸਮਤ ਦੇ ਨਾਲ ਮਿਲਦਾ। ਇਹ ਸਰੀਰ ਬੜੇ ਕੰਮ ਦੀ ਚੀਜ਼ ਆ। ਇਹ ਸਰੀਰ ਬੜੇ ਕੰਮ ਦੀ ਚੀਜ਼ ਆ। ਗੌਰ ਨਾਲ ਸੁਣਿਓ ਗੁਰੂ ਕੇ ਪਿਆਰਿਓ, ਜਦੋਂ ਇਹ ਆਤਮਾ ਵੱਖ ਹੁੰਦੀ ਹੈ ਇਹਦੇ ਤੋਂ, ਆਤਮਾ ਉਦੋਂ ਹੀ ਇਹਨੂੰ ਲੱਭਣ ਲੱਗ ਜਾਂਦੀ ਆ। ਕਿਉਂ? ਇਸ ਦੇਹੀ ਕੋ ਸਿਮਰੈ ਦੇਵ, ਗੁਰੂ ਅਰਜਨ ਦੇਵ ਜੀ। ਇਸ ਦੇਹੀ ਕੋ ਸਿਮਰੇ ਦੇਵ। ਦੇਵਤੇ ਕਹਿੰਦੇ ਆ ਸਾਨੂੰ ਮਿਲੇ, ਮਨੁੱਖ ਨੂੰ ਮਿਲ ਗਈ ਤੇ ਉਹਨੇ ਇਸ ਦੀ ਕਦਰ ਨਹੀਂ ਜਾਣੀ। ਜਦੋਂ ਸਰੀਰ ਨਾਲੋਂ ਆਤਮਾਵਾਂ ਵਿਛੜਦੀਆਂ ਨੇ, ਉਦੋਂ ਹੀ ਉਹ ਸਰੀਰ ਨੂੰ ਲੱਭਣ ਟੁਰਦੀਆਂ ਨੇ। ਕਿਉਂ? ਕਿਉਂਕਿ ਬੜੇ ਕੰਮ ਦੀ ਚੀਜ਼ ਆ। ਜੇ ਇਹ ਨਹੀਂ ਤੁਹਾਡੇ ਕੋਲੇ, ਤੁਸੀਂ ਬੰਦਗੀ ਨਹੀਂ ਕਰ ਸਕਦੇ। ਜੇ ਇਹ ਨਹੀਂ ਤੁਹਾਡੇ ਕੋਲੇ, ਤੁਸੀਂ ਕਥਾ ਕੀਰਤਨ, ਗੁਰਬਾਣੀ, ਹਰੀ ਦਾ ਜਸ, ਉਹਦਾ ਸਿਮਰਨ, ਉਹਦੀ ਸਿਫਤ ਸਲਾਹ ਨਹੀਂ ਸੁਣ ਸਕਦੇ। ਸਰੀਰ ਬੜੇ ਕੰਮ ਦੀ ਚੀਜ਼ ਆ। ਜਦੋਂ ਇਹ ਆਤਮਾ ਤੋਂ ਵੱਖਰਾ ਹੁੰਦਾ, ਆਤਮਾ ਜਦ ਹੀ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਨਵਾਂ ਚੋਲਾ ਲੱਭਦੀ ਆ ਕਿ ਮੈਨੂੰ ਨਵਾਂ ਸਰੀਰ ਮਿਲੇ, ਨਵਾਂ ਮਿਲੇ, ਕਿਉਂਕਿ ਇਹਦੇ ਬਿਨਾਂ ਬੰਦਗੀ ਨਹੀਂ ਹੋ ਸਕਦੀ। ਪਰ ਜਦੋਂ ਬੰਦੇ ਨੂੰ ਇਹ ਚੀਜ਼ ਮਿਲ ਜਾਂਦੀ ਆ, ਦੇਹ ਮਿਲ ਜਾਂਦੀ ਆ, ਉਦੋਂ ਇਹ ਕਦਰ ਨਹੀਂ ਜਾਣਦਾ। ਗੱਲ ਇਹ ਆ, ਅਸਲ ਦੇ ਵਿੱਚ ਜਿਵੇਂ ਕਿਹਾ ਜਾਂਦਾ, ਇੱਕ ਕਹਾਣੀ ਪੜ੍ਹੀ ਸੀ ਬੜੀ ਸੁੰਦਰ ਆ। ਇੱਕ ਟੀਚਰ ਸਨ, ਬੜੇ ਪੜ੍ਹੇ ਲਿਖੇ ਅਧਿਆਪਕ, ਇੱਕ ਸਕੂਲ ਦੇ ਵਿੱਚ ਆਏ ਜਿਹੜਾ ਪਛੜਿਆ ਹੋਇਆ ਸੀ। ਤੁਹਾਨੂੰ ਗੱਲ ਸਮਝ ਆ ਜਾਏਗੀ। ਐਵੇਂ ਬੜਾ ਪਛੜਿਆ ਹੋਇਆ ਸਕੂਲ ਸੀ ਉਹ ਜਿਹੜੇ ਪ੍ਰੋਫੈਸਰ ਸਾਹਿਬ ਜੀ ਸਨ, ਅਧਿਆਪਕ ਸਾਹਿਬਾਨ, ਉਹ ਬੜੇ ਸਿਆਣੇ ਸਨ। ਉਹ ਆਏ, ਉਹਨਾਂ ਨੇ ਬੱਚਿਆਂ ਨੂੰ ਨਾ ਭੂਗੋਲ ਦੇ ਵਿਸ਼ੇ ਤੇ ਕੁਝ ਨਕਸ਼ੇ ਵੰਡੇ। ਉਹਨਾਂ ਨੇ ਜਿਵੇਂ ਨਕਸ਼ਾ ਹੁੰਦਾ ਭਾਰਤ ਦਾ, ਕੱਲਾ ਕੱਲਾ ਪ੍ਰਿੰਟ ਕਢਵਾ ਕੇ ਨਕਸ਼ਾ ਵੰਡਿਆ ਗਿਆ ਵੀ ਇਹ ਪੜ੍ਹਨਗੇ, ਕੁਝ ਸਿੱਖਣਗੇ। ਜਿਹੋ ਜਿਹੇ ਉੱਥੇ ਅਧਿਆਪਕ ਸੀ ਉਹੋ ਜਿਹੇ ਬੱਚੇ ਸੀ, ਜਿਹੋ ਜਿਹੇ ਬੱਚੇ ਸੀ ਉਹੋ ਜਿਹੇ ਅਧਿਆਪਕ ਹੋ ਗਏ। ਉਹਨਾਂ ਪਤਾ ਕਾਹਦੇ ਲਈ ਵਰਤੇ? ਉਹ ਰੋਟੀ ਲਵੇਟਣ ਵਾਸਤੇ ਵਰਤਣੇ ਸ਼ੁਰੂ ਕਰ ਦਿੱਤੇ। ਫ੍ਰੀ ਦੀ ਚੀਜ਼ ਸੀ ਤੇ ਕਦਰ ਨਹੀਂ ਪਈ। ਭੂਗੋਲ ਦੇ ਨਕਸ਼ੇ ਰੈਪ ਬਣਾ ਕੇ ਉਹਨਾਂ ਨੇ ਤੇ ਉਹਨੂੰ ਰੋਟੀ ਲਵੇਟਣਾ ਸ਼ੁਰੂ ਕਰ ਦਿੱਤਾ। ਜਦੋਂ ਅਧਿਆਪਕ ਆਉਂਦੀ ਆ ਅਗਲੀ ਵਾਰ, ਉਹ ਦੇਖਦੀ ਆ ਕੰਮ ਦੀ ਚੀਜ਼ 'ਚ ਰੋਟੀ ਲਵੇਟੀ ਫਿਰਦੇ। ਇਹਨਾਂ ਨੇ ਪੜ੍ਹਨਾ ਕੀ ਆ? ਅਸਲ ਦੇ ਵਿੱਚ ਜਿਹੜੀ ਚੀਜ਼ ਸੌਖੀ ਮਿਲ ਜੇ ਨਾ, ਉਹਦੀ ਬੰਦਾ ਕਦਰ ਨਹੀਂ ਕਰਦਾ। ਦੇਹ ਬੜੀ ਪਰਮਾਤਮਾ ਵੱਲੋਂ ਕਿਰਪਾ ਹੋ ਗਈ, ਮਿਲ ਗਈ ਆ। ਅਸੀਂ ਤਾਂ ਪਹਿਲਾਂ ਆਪਦੇ ਸਰੀਰ ਦਾ ਸਤਿਕਾਰ ਹੀ ਨਹੀਂ ਕਰਦੇ, ਗੁਰੂ ਦਾ ਤਾਂ ਦੂਰ ਦੀ ਗੱਲ ਆ। ਅਸੀਂ ਤਾਂ ਆਪਣੇ ਆਪ ਦੇ ਨਹੀਂ ਹੋਏ, ਗੁਰੂ ਦੇ ਅਸੀਂ ਕਿੱਥੋਂ ਹੋ ਜਾਵਾਂਗੇ? ਆਪਣੇ ਸਰੀਰ 'ਚ ਅਸੀਂ ਇੰਨਾ ਗੁੱਸਾ ਰੱਖਦੇ ਹਾਂ। ਇਹ ਇੰਨੀ ਸੋਹਣੀ ਚੀਜ਼ ਹੈ ਗੁਰਦੁਆਰਾ। ਸਰੀਰ ਇੱਕ ਗੁਰਦੁਆਰਾ ਹੈ। ਬਾਣੀ ਕਹਿੰਦੀ ਆ ਹਰਮੰਦਰ, ਹਰਮੰਦਰ, ਹਰਮੰਦਰ ਸਾਹਿਬ ਨੂੰ ਮੱਥਾ ਟੇਕਦੇ ਆ। ਹਰਮੰਦਰ ਇਹੋ ਸਰੀਰ ਹੈ। ਇਹ ਸਰੀਰ ਹਰਮੰਦਰ ਆ। ਤੂੰ ਇਹਦੇ ਵਿੱਚ ਗੁੱਸਾ ਰੱਖਦਾ, ਤੂੰ ਇਹ 'ਚ ਉਦਾਸੀ ਰੱਖਦਾ, ਤੂੰ ਇਹਦੇ ਵਿੱਚ ਕ੍ਰੋਧ ਰੱਖਦਾ, ਤੂੰ ਇਹ 'ਚ ਵਾਸ਼ਨਾ ਰੱਖਦਾ, ਤੈਨੂੰ ਸ਼ਰਮ ਆਉਣੀ ਚਾਹੀਦੀ ਆ। ਤੂੰ ਗੁਰਦੁਆਰੇ ਗਲਤ ਚੀਜ਼ਾਂ ਰੱਖਦਾ ਹੈ। ਇਹ ਬਾਣੀ ਸਿੱਧਾ ਸਿੱਧਾ ਕਹਿ ਰਹੀ ਆ। ਇੰਨਾ ਰੌਲਾ ਤੂੰ ਪਾਉਂਦਾ। ਦੁਨੀਆ ਦੇ ਵੱਡੇ ਵੱਡੇ ਕੰਮ ਚੁੱਪਚਾਪ ਹੁੰਦੇ ਆ। ਦੇਖੋ, ਸੂਰਜ ਚੁੱਪਚਾਪ ਚੜ੍ਹਿਆ, ਰੌਲਾ ਨਹੀਂ ਪਾਉਂਦਾ। ਛਿਪਦਾ, ਰੌਲਾ ਨਹੀਂ ਪਾਉਂਦਾ। ਚੰਦ ਚੜ੍ਹਦਾ ਹੈ, ਰੌਲਾ ਨਹੀਂ ਪਾਉਂਦਾ। ਚੁੱਪਚਾਪ ਅਲੋਪ ਹੋ ਜਾਂਦਾ। ਮਾਂ ਦੇ ਪੇਟ 'ਚ ਬੱਚਾ ਹੌਲੀ ਹੌਲੀ ਵੱਧਦਾ, ਮਾਂ ਨੂੰ ਵੀ ਮਸਾਂ ਹੀ ਪਤਾ ਲੱਗਦਾ, ਉਹਨੂੰ ਵੀ ਨਹੀਂ ਪਤਾ ਲੱਗਦਾ ਵੀ ਉਹ ਵੱਧ ਰਿਹਾ। ਦੁਨੀਆ ਦੇ ਵੱਡੇ ਵੱਡੇ ਕੰਮ ਚੁੱਪ ਚਪੀਤੇ ਹੁੰਦੇ ਨੇ। ਬੰਦਗੀ ਚੁੱਪਚਾਪ ਹੁੰਦੀ ਆ, ਬਿਲਕੁਲ ਸ਼ਾਂਤਮਈ ਤਰੀਕੇ ਨਾਲ, ਰੌਲਾ ਪਾ ਕੇ ਨਹੀਂ ਹੁੰਦੀ। ਪਰ ਲੋਕ ਛੋਟਾ ਜਿਹਾ ਦੁੱਖ ਹੋਵੇ ਬਹੁਤ ਚੀਕਾਂ ਮਾਰਦੇ ਨੇ। ਅਸਲੀ ਦੁੱਖ ਤਾਂ ਉਹਨਾਂ ਨੂੰ ਹੈ ਹੀ ਨਹੀਂ ਕਿ ਮੈਂ ਰੱਬ ਨਾਲੋਂ ਵਿਛੜਿਆ। ਉਹਨਾਂ ਦੇ ਤਾਂ ਨਿੱਕੇ ਨਿੱਕੇ ਦੁੱਖ ਨੇ, ਛੋਟੀਆਂ ਛੋਟੀਆਂ ਚੀਜ਼ਾਂ ਨੇ, ਉਹ ਚੁਲਝੇ ਪਏ ਨੇ। ਤੇ ਖੁਸ਼ੀ ਮਿਲ ਜੇ ਤੇ ਉਦੋਂ ਵੀ ਸਿਰ ਤੇ ਚੁੱਕ ਲੈਂਦਾ, ਦੂਜਿਆਂ ਦੇ ਸਿਰ ਤੇ ਬਹਿੰਦਾ। ਇੱਥੇ ਮੇਲੇ ਲੱਗਦੇ ਆ, ਭੀੜ ਇਕੱਠੀ ਹੁੰਦੀ ਆ, ਲੋਕ ਕਹਿੰਦੇ ਆ ਰੌਣਕਾਂ ਲੱਗੀਆਂ ਪਈਆਂ। ਨਹੀਂ,
ਬਾਣੀ ਕਹਿੰਦੀ ਰੌਣਕ ਤਾਂ ਅੰਦਰ ਦੀ ਕੋਈ ਚੀਜ਼ ਹੁੰਦੀ ਆ, ਅੰਦਰ ਦੀ ਕੋਈ ਚੀਜ਼ ਆ ਇਹ। ਅਸੀਂ ਜਿਨ੍ਹਾਂ ਘਰਾਂ 'ਚ ਰਹਿੰਦੇ ਆ ਉੱਥੇ ਜਾਲੀਆਂ ਵਾਲੇ ਦਰਵਾਜ਼ੇ ਨੇ, ਹੁਣ ਹਵਾ ਵੀ ਪੁਣ ਕੇ ਆਉਂਦੀ ਆ, ਪਾਣੀ ਵੀ ਜ਼ਹਿਰੀਲਾ ਹੋ ਗਿਆ, ਹਰ ਚੀਜ਼ ਛਾਨਣੀ ਪੈਂਦੀ ਆ, ਹਰ ਚੀਜ਼ ਛਾਣ ਕੇ ਆ ਰਹੀ ਆ। ਰਿਸ਼ਤਿਆਂ 'ਚ ਵੀ ਐਵੇਂ ਆ, ਜੇ ਤੇਰੇ 'ਚ ਕੋਈ ਕਮੀ ਆ ਤੂੰ ਆਪਦੇ ਆਪ ਨੂੰ ਪੌਣੀ ਲਾ ਕੇ ਪੁਣ, ਫਿਰ ਮੈਂ ਤੈਨੂੰ ਅਸੈਪਟ ਕਰੂੰਗਾ। ਇੱਕ ਗੁਰੂ ਹੀ ਆ ਜਿਹੜਾ ਕਹਿੰਦਾ ਤੂੰ ਆਈ ਸਹੀ ਕਦੇ, ਲਿਬੜਿਆ ਆਵੀਂ, ਜਿਵੇਂ ਮਰਜ਼ੀ ਆਵੀਂ, ਮੈਂ ਤੈਨੂੰ ਗੋਦੀ 'ਚ ਚੁੱਕੂੰਗਾ। ਇੱਕ ਗੁਰੂ ਹੀ ਆ। ਤਾਂ ਹੀ ਭਾਈ ਗੁਰਦਾਸ ਜੀ ਕਹਿੰਦੇ ਨੇ, ਮੈਂ ਸਾਰੇ ਨਾਤੇ ਤੇਰੇ ਅੱਗੇ ਕੁਰਬਾਨ ਕਰ ਦਿੰਦਾ ਗੁਰੂ, ਤੂੰ ਸਾਰਿਆਂ ਤੋਂ ਨਿਆਰਾ। ਲੋਕ ਚਾਹੁੰਦੇ ਨੇ ਕਿ ਤੇਰੇ 'ਚ ਗੁਣ ਹੀ ਗੁਣ ਹੋਣ, ਫਿਰ ਗੁਰਦਾਸ ਤੂੰ ਆ, ਤੈਨੂੰ ਮੈਂ ਮਿਲੂੰਗਾ। ਪਰ ਗੁਰੂ ਸਾਹਿਬ ਜੀ ਤੁਸੀਂ ਕਹਿੰਦੇ ਹੋ ਤੂੰ ਆ ਸਹੀ, ਤੂੰ ਆ ਤਾਂ ਸਹੀ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਮੈਂ ਤੈਨੂੰ ਮਿਲਣ ਲਈ ਤਿਆਰ ਹਾਂ, ਰਾਜੀ ਹਾਂ ਮੈਂ ਤੈਨੂੰ ਮਿਲਣ ਲਈ। ਭਗਤ ਜੀ ਨੇ ਸਾਰੇ ਪ੍ਰਕਰਨ ਬਹੁਤ ਖੂਬਸੂਰਤੀ ਨਾਲ ਦੱਸੇ ਨੇ। ਕਿਆ ਤੂੰ ਸੋਇਆ ਜਾਗੇ ਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਕਿਆ ਤੂੰ ਸੋਇਆ, ਬੰਦਿਆ ਤੂੰ ਤਾਂ ਸੁੱਤਾ ਹੀ ਇੰਨਾ ਪਿਆ, ਜਾਗਦਾ ਹੀ ਨਹੀਂ। ਅੱਜ ਦਾ ਨਹੀਂ ਨਾ ਸੁੱਤਾ, ਬਹੁਤ ਸਮਾਂ ਹੋ ਗਿਆ ਤੇਰੇ ਮਨ ਨੂੰ ਸੁੱਤੇ ਨੂੰ। ਤੇ ਉਹ ਬੇਹੋਸ਼ੀ ਵਿੱਚ ਤੂੰ ਕੀ ਕੀ ਕੀਤਾ, ਜੀਵਨ ਨੂੰ ਸੱਚ ਮੰਨੀ ਫਿਰਦਾ। ਇਹ ਮੰਨੀ ਫਿਰਦਾ ਮੈਂ ਸਦਾ ਵਾਸਤੇ ਇੱਥੇ ਹਾਂ, ਜਿਨ ਜੀਓ ਦੀਆ ਸੋ ਰਿਜਕ ਅੰਬਰਾਵੇ। ਜਿਹਨੇ ਜੀ ਸਾਜਿਆ ਉਹ ਰਿਜਕ ਵੀ ਦਵੇਗਾ। ਇਹ ਆਮ ਆਪਾਂ ਕਹਾਵਤ ਦੇ ਤੌਰ ਤੇ ਵੀ ਕਹਿੰਦੇ ਹੁੰਦੇ ਆ। ਪੰਗਤੀ ਉਹੀ ਆ, ਅਰਥ ਇਹਦੇ ਉਹੀ ਨੇ, ਜਿਨ ਜੀਓ ਦੀਆ ਸੋ ਰਿਜਕ ਅੰਬਰਾਵੇ। ਰਿਜਕ ਆ ਰੋਟੀ ਦਾਣਾ ਪਾਣੀ, ਜਿਨ ਜੀਓ ਦੀਆ, ਜਿਹਨੇ ਸਰੀਰ ਦਿੱਤਾ, ਜਿਹਨੇ ਸਰੀਰ ਦਿੱਤਾ ਸੋ ਰਿਜਕ ਅੰਬਰਾਵੇ, ਉਹ ਤੈਨੂੰ ਦਾਣਾ ਪਾਣੀ ਵੀ ਦਊਗਾ। ਇਸ ਦਾ ਆਪਾਂ ਪਤਾ ਕੀ ਕਹਿੰਦੇ ਆ, ਜਿਹਨੇ ਚੁੰਝ ਦਿੱਤੀ ਆ ਤੇ ਉਹ ਆਪੇ ਖਾਣ ਨੂੰ ਵੀ ਦਊਗਾ। ਇੱਦਾਂ ਸ਼ਬਦ ਆਪਾਂ ਵਰਤਦੇ ਆ, ਅਰਥ ਇਹਦੇ ਉਹੀ ਨਿਕਲਦੇ ਨੇ। ਜਿਨ ਜੀਓ ਦੀਆ, ਜਿਹਨੇ ਤੈਨੂੰ ਆਤਮਾ ਦਿੱਤੀ, ਜਿਹਨੇ ਤੈਨੂੰ ਪਿੰਡਾ ਸਰੀਰ ਦਿੱਤਾ, ਉਹ ਰੋਟੀ ਵੀ ਦਊਗਾ। ਤੈਨੂੰ ਹੱਥ ਪੈਰ ਦੇਤੇ, ਤੂੰ ਹੁਣ ਕਮਾ ਤੇ ਖਾ, ਉਹਨੇ ਤੈਨੂੰ ਬਰਕਤਾਂ ਦੇ ਦਿੱਤੀਆਂ। ਸਭ ਘਟ ਭੀਤਰ ਹਾਟ ਚਲਾਵੇ, ਸਾਰਿਆਂ ਦੇ ਅੰਦਰ ਹੋ ਕੇ ਉਹ ਵਰਤ ਰਿਹਾ। ਅੱਗੇ ਬੜੀ ਸੋਹਣੀ ਪੰਗਤੀ ਭਗਤ ਰਵਿਦਾਸ ਜੀ ਕਹਿੰਦੇ ਨੇ, ਬਹੁਤ ਸੋਹਣੀ ਖੂਬਸੂਰਤ ਹੈ। ਕਰ ਬੰਦਗੀ ਛਾੜ ਮੈਂ ਮੇਰਾ, ਮੇਰੀ ਮੇਰੀ ਕਰਤੇ ਜਨਮ ਗਇਓ। ਇੱਥੇ ਜਿਹਨੇ ਬਹੁਤ ਮੈਂ ਕੀਤੀ ਆ, ਉਹਦੇ ਕੋਲ ਹੋਰ ਕੁਝ ਨਹੀਂ ਰਿਹਾ। ਉਹਦਾ ਤਾਂ ਗਲਾ ਹੀ ਕੱਟਿਆ ਗਿਆ, ਉਹਦੇ ਕੋਲੇ ਜ਼ਿੰਦਗੀ ਨਹੀਂ ਰਹੀ, ਅਧਿਆਤਮ ਨਹੀਂ ਰਿਹਾ ਉਹਦੇ ਕੋਲੇ ਸਪਿਰਿਚੁਅਲ ਲਾਈਫ ਨਹੀਂ ਰਹੀ, ਉਹਦੇ ਕੋਲੇ ਸੱਚ ਨਹੀਂ ਰਿਹਾ, ਉਹਦੇ ਕੋਲੇ ਸੰਤੋਖ ਨਹੀਂ ਰਿਹਾ। ਇਸ ਕਰਕੇ ਬੰਦਿਆ ਮੈਂ ਮੇਰੀ ਛੱਡ, ਪਰ ਮੈਂ ਕਦੋਂ ਛੱਡੀ ਜਾਊਗੀ, ਜਦੋਂ ਤੂੰ ਹੋਵੇਗਾ। ਕਰ ਬੰਦਗੀ ਜਦੋਂ ਮੈਂ ਤੂੰ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਬੰਦਗੀ ਕਰ, ਜਿਹੜੀ ਮੈਂ ਹੁੰਦੀ ਆ ਉਹਨੂੰ ਤੂੰ 'ਚ ਬਦਲ ਦੇ। ਸ਼ਕਤੀ ਉਹੀ ਆ, ਉਹੀ ਕ੍ਰੋਧ ਆ, ਉਹੀ ਵੀਰ ਰਸ ਆ। ਸ਼ਕਤੀ ਉਹੀ ਆ, ਉਹੀ ਕਾਮ ਆ, ਉਹੀ ਪ੍ਰੇਮ ਆ। ਸ਼ਕਤੀ ਉਹੀ ਆ, ਉਹੀ ਲੋਭ ਬਣਦੀ ਆ, ਉਹੀ ਸੰਤੋਖ ਬਣਦੀ ਆ। ਬਸ ਗਲਤ ਤਰੀਕੇ ਨਾਲ ਜੇ ਉਹਨੂੰ ਵਰਤੋਂਗੇ ਉਹ ਲਾਲਚ ਬਣ ਜੂ, ਜੇ ਸਹੀ ਤਰੀਕੇ ਨਾਲ ਵਰਤਣਾ ਸਿੱਖ ਲਿਆ ਉਹ ਸੰਤੋਖ ਬਣ ਜੂਗੀ। ਕਰ ਬੰਦਗੀ ਛਾੜ ਮੈਂ ਮੇਰਾ। ਮੌਲਾਨਾ ਰੂਮੀ ਜੀ ਦੀ ਇੱਕ ਮੈਂ ਪੁਸਤਕ ਪੜ੍ਹ ਰਿਹਾ ਸੀ, ਪਰਮਿੰਦਰ ਸਿੰਘ ਸ਼ੌਂਕੀ ਨੇ ਉਹਦਾ ਅਨੁਵਾਦ ਕੀਤਾ ਹੈ। ਉਹ 'ਚ ਇੱਕ ਕਹਾਣੀ ਲਿਖੀ, ਅਫਸਾਨਾ ਲਿਖਿਆ ਹੈ, ਬਹੁਤ ਬੜਾ ਛੋਟਾ ਜਿਹਾ ਪਰ ਹੈ ਬੜਾ ਸੁੰਦਰ। ਉਸਤਾਦ ਕਮਰੇ 'ਚ ਬੈਠਾ ਸੀ, ਇੱਕ ਉਹਨੇ ਦਰਵਾਜ਼ਾ ਲਾਇਆ ਹੋਇਆ ਤੇ ਉਹਦਾ ਚੇਲਾ ਆ ਕੇ ਬੂਹਾ ਖੜਕਾਉਂਦਾ। ਅੰਦਰੋਂ ਉਸਤਾਦ ਨੇ ਆਵਾਜ਼ ਦਿੱਤੀ, ਕਹਿੰਦਾ ਜੀ ਕੌਣ ਆ? ਕਹਿੰਦਾ ਜੀ ਮੈਂ ਹਾਂ। ਉਸਤਾਦ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਆਇਆ, ਫਿਰ ਦਰਵਾਜ਼ਾ ਖੜਕਾਇਆ, ਕਹਿੰਦੇ ਜੀ ਕੌਣ ਆ? ਕਹਿੰਦੇ ਮੈਂ ਆ। ਫਿਰ ਦਰਵਾਜ਼ਾ ਨਹੀਂ ਖੁੱਲ੍ਹਿਆ ਅੰਦਰੋਂ। ਫਿਰ ਤੀਜੀ ਵਾਰ ਆਉਂਦਾ ਹੈ, ਉਹ ਕਹਿੰਦੇ ਕੌਣ ਆ? ਉਹ ਕਹਿੰਦੇ ਤੂੰ ਹੀ ਆ। ਫਿਰ ਦਰਵਾਜ਼ਾ ਖੁੱਲ੍ਹਦਾ।
ਮੌਲਾਨਾ ਰੂਮੀ ਜੀ ਕਹਿੰਦੇ ਦੇਖਣ ਨੂੰ ਲੱਗਦਾ ਇੱਕ ਕਹਾਣੀ ਆ, ਇਹ ਰੱਬ ਦੀ ਤੇ ਭਗਤਾਂ ਦੀ ਇੱਕ ਵਾਰਤਾਲਾਪ। ਜਦੋਂ ਤੁਸੀਂ ਕਹਿੰਦੇ ਹੋ ਮੈਂ, ਜਿੰਨੀ ਵਾਰੀ ਉਹਦੇ ਦਰਵਾਜ਼ੇ ਤੇ ਗਏ ਕਿਹਾ ਮੈਂ ਆ, ਦਰਵਾਜ਼ਾ ਨਹੀਂ ਖੁੱਲਣਾ ਸੰਤੋਖ ਵਾਲਾ, ਸਬਰ ਵਾਲਾ, ਸ਼ਾਂਤੀ ਵਾਲਾ। ਜਦੋਂ ਕਿਹਾ ਸਭ ਤੂੰ ਹੀ ਹੈ, ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋਵਲ ਜਾਈ ਜਿਓ, ਉਦੋਂ ਦਰਵਾਜ਼ਾ ਖੁੱਲ ਗਿਆ। ਅਸਲ ਦੇ ਵਿੱਚ ਫਿਰ ਉਹ ਮੌਲਾਨਾ ਰੂਮੀ ਜੀ ਲਿਖਦੇ ਨੇ, ਕਹਿੰਦੇ ਜੇ ਤੂੰ ਕਹੀਏ ਇਦੋਂ ਵੀ ਇੱਕ ਉੱਪਰ ਵਾਲਾ ਸਟੈਪ ਆ, ਅਵਸਥਾ ਦੀ ਗੱਲ ਆ, ਪੌੜੀਆਂ ਇੱਕ ਚੜ੍ਹੇਂਦੇ ਆ, ਪੌੜੀਆਂ ਨੇ। ਕਹਿੰਦੇ ਅਸਲ ਦੇ ਵਿੱਚ ਜੇ ਉਹ ਆ ਕੇ ਖੜ ਜੇ ਤੇ ਕਵੇ, ਕੁਝ ਵੀ ਨਾ ਬੋਲੇ, ਤੂੰ ਵੀ ਨਾ ਕਵੇ, ਉਹ ਉਦੋਂ ਉੱਪਰਲੀ ਅਵਸਥਾ ਹੋ ਜੂਗੀ, ਜਿਹਨੂੰ ਸ਼ੂਨਿਆਂ ਦੀ ਅਵਸਥਾ ਕਹਿੰਦੇ ਨੇ, ਜਿੱਥੇ ਸਭ ਕੁਝ ਸ਼ਾਂਤ ਹੋ ਗਿਆ। ਸਭ ਕੁਝ ਪੁੱਛੇ ਕੋਈ ਕੌਣ ਆ, ਬਸ ਚੁੱਪ ਕਰਕੇ ਉਹਦਾ ਹੀ ਹੋ ਜੇ। ਹੁਣ ਬੋਲਿਆ ਵੀ ਨਹੀਂ ਜਾਂਦਾ, ਇੰਨਾ ਤੇਰਾ ਹੋ ਗਿਆ ਮੈਂ, ਹੁਣ ਕਿਹਾ ਵੀ ਨਹੀਂ ਜਾਂਦਾ ਤੇਰਾ ਹਾਂ, ਤੂੰ ਆਪੇ ਬੁੱਝ ਲਾ ਮੈਂ ਤੇਰਾ ਹਾਂ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸਮਾਰ ਸਵੇਰਾ। ਕਰ ਬੰਦਗੀ ਕਰ ਮੈਂ ਮੇਰੀ ਛੱਡ ਦੇ, ਹਿਰਦੈ ਨਾਮ ਸਮਾਰ ਸਵੇਰਾ। ਜਦੋਂ ਹੀ ਤੇਰੀ ਅੱਖ ਖੁੱਲਦੀ ਆ ਉਦੋਂ ਹੀ ਨਾਮ ਨੂੰ ਸੰਭਾਲਣ ਲੱਗ ਜਾ। ਜਦੋਂ ਹੀ ਅੱਖ ਖੁੱਲਦੀ ਆ ਉਦੋਂ ਹੀ ਪਰਮਾਤਮਾ ਨੂੰ ਯਾਦ ਕਰਿਆ ਕਰ। ਗੁਰੂ ਨਾਨਕ ਸਾਹਿਬ ਜੀ ਨੂੰ ਪਛਾਣਨ ਵਾਲੇ ਪਹਿਲੇ ਰਾਜੇ ਰਾਏ ਬਲਾਰ ਜੀ ਹੋਏ ਨੇ ਤੇ ਬੇਬੇ ਨਾਨਕੀ ਜੀ ਹੋਏ ਨੇ। ਸਾਰੀ ਤਲਵੰਡੀ ਵਿੱਚੋਂ ਜਿਨ੍ਹਾਂ ਪਛਾਣਿਆ, 2 ਜਾਣਿਆਂ ਦਾ ਨਾਮ ਇਤਿਹਾਸ 'ਚ ਆਉਂਦਾ ਹੈ। ਇੱਕ ਤਾਂ ਬੇਬੇ ਨਾਨਕੀ ਜੀ ਨੇ ਕਿਹਾ ਵੀ ਮੇਰਾ ਵੀਰਾ ਰੱਬ ਹੀ ਆ, ਇਹ ਡੁੱਬ ਨਹੀਂ ਸਕਦਾ, ਡੁੱਬਦਿਆਂ ਨੂੰ ਤਾਰਨ ਆਇਆ। ਦੂਜੇ ਨੰਬਰ ਤੇ ਰਾਏ ਬਲਾਰ ਜੀ। ਪਿੰਡ ਦੇ ਲੋਕ ਇਕੱਠੇ ਹੋ ਕੇ ਜਾਂਦੇ ਨੇ, ਕਹਿੰਦੇ ਰਾਏ ਬਲਾਰ ਜੀ ਤੁਸੀਂ ਇੱਥੇ ਸੀ, ਅਸੀਂ ਇੱਥੇ ਸੀ, ਅਸਾਂ ਇੱਥੇ ਰਹਿੰਦੇ ਹਾਂ, ਤੁਸਾਂ ਇੱਥੇ ਕਦ ਦੇ ਰਹਿੰਦੇ ਹੋ। ਨਵਾਬ ਸਾਹਿਬ ਜੀ ਇੱਕ ਗੱਲ ਨਹੀਂ ਸਮਝ ਆਉਂਦੀ, ਆਹ 2 ਮਹੀਨਿਆਂ ਦੇ ਵਿੱਚ ਚਿਹਰੇ ਤੇ ਨੂਰ ਕਿੱਥੋਂ ਲੈ ਆਏ, ਕਿੱਥੋਂ ਆ ਗਿਆ ਇਹ ਐਵੇਂ ਨਹੀਂ ਆ ਸਕਦਾ, ਕੋਈ ਕਾਰਨ ਹੋਊਗਾ। ਕਹਿੰਦੇ ਹਾਂ ਬੈਠੋ ਮੈਂ ਦੱਸਦਾ। ਬੜੇ ਅਦਬ ਨਾਲ ਕਹਿੰਦੇ ਨੇ, ਕਹਿੰਦੇ ਤੁਹਾਡੇ ਵੀ ਆ ਜਾਊਗਾ। ਮੈਂ ਸੋ ਜਾਊਂ ਨਾਨਕ ਗੁਰੂ ਕਹਤੇ, ਮੈਂ ਗੁਰੂ ਨਾਨਕ ਨੂੰ ਯਾਦ ਕਰਦਾ ਸੌਣਾ, ਸ਼ੁਕਰ ਕਰਦਾ ਗੁਰੂ ਨਾਨਕ ਜੀ ਦਾ। ਖੁੱਲੇ ਆਂਖ ਮੇਰੀ, ਇੱਥੇ ਨਹੀਂ ਗੱਲ ਮੁੱਕਦੀ ਹਜੇ, ਕਹਿੰਦੇ ਖੁੱਲੇ ਆਂਖ ਮੇਰੀ ਗੁਰੂ ਕਹਤੇ, ਅੱਖ ਖੋਲਦਿਆਂ ਸਾਰ ਗੁਰੂ ਦੀ ਮੈਨੂੰ ਯਾਦ ਆਉਂਦੀ ਆ। ਜਿਹੜੀ ਚੀਜ਼ ਤੁਸੀਂ ਰਾਤ ਨੂੰ ਯਾਦ ਕਰਕੇ ਪੈਂਦੇ ਹੋ, ਮਨੋਵਿਗਿਆਨੀ ਕਹਿੰਦੇ ਅੱਖਾਂ ਖੋਲਦਿਆਂ ਸਾਰ ਤੁਹਾਡੇ ਸਾਹਮਣੇ ਹੋਊਗੀ ਤੇ ਹੁੰਦੀ ਆ ਤੇ ਹੋਵੇਗੀ। ਮੈਂ ਰਾਤ ਨੂੰ ਟੈਨਸ਼ਨਾਂ ਯਾਦ ਕਰਕੇ ਪੈ ਗਿਆ, ਅੱਖ ਖੁੱਲੀ ਉਹੀ ਸਾਹਮਣੇ ਆ। ਮੈਂ ਗੁਰੂ ਨਾਨਕ ਜੀ ਨੂੰ ਯਾਦ ਕਰਕੇ ਪੈਣਾ, ਜਦੋਂ ਉੱਠਦਾ ਹਾਂ ਅੱਖ ਖੁੱਲਦੀ ਆ ਉਹ ਮੇਰੇ ਸਾਹਮਣੇ ਹੁੰਦੇ ਨੇ। ਹਬੀਬ ਖੁਦਾ ਕੋ ਖੁਦਾ ਜੈਸਾ ਸਮਝਾ, ਹਜੇ ਗੱਲ ਨਿਬੜੀ ਨਹੀਂ। ਕਹਿੰਦੇ ਨੂਰ ਕਿਵੇਂ ਆ ਗਿਆ, ਹਬੀਬ ਕਹਿੰਦੇ ਨੇ ਮਿੱਤਰ ਨੂੰ, ਹਬੀਬ ਖੁਦਾ, ਰੱਬ ਦੇ ਮਿੱਤਰਾਂ ਨੂੰ ਰੱਬ ਹੀ ਮੰਨਿਆ। ਗੁਰੂ ਨੂੰ ਗੁਰੂ ਨਹੀਂ, ਗੁਰੂ ਨਾਨਕ ਨੂੰ ਗੁਰੂ ਨਹੀਂ, ਰੱਬ ਹੀ ਮੰਨ ਕੇ ਮੈਂ ਪੂਜਾ ਕੀਤੀ ਹੈ ਉਹਦੀ। ਹਬੀਬ ਖੁਦਾ ਕੋ ਖੁਦਾ ਜੈਸਾ ਸਮਝਾ, ਖੁਦਾ ਮਿਲ ਗਿਆ ਗੁਰੂ ਕਹਤੇ, ਮੈਨੂੰ ਖੁਦਾ ਹੀ ਮਿਲ ਗਿਆ, ਮੈਨੂੰ ਰੱਬ ਮਿਲ ਗਿਆ। ਜਦੋਂ ਗੁਰੂ ਨਾਨਕ ਨੂੰ ਮੈਂ ਰੱਬ ਕਿਹਾ, ਇਵੇਂ ਮੇਰੇ ਤੇ ਨੂਰ ਆਇਆ। ਬੰਦੇ ਦਾ ਸੁਭਾਅ ਪਤਾ ਕੀ ਆ, ਪਹਿਲਾਂ ਤਾਂ ਟੈਨਸ਼ਨਾਂ ਲੈ ਕੇ ਸੌਂ ਜਾਊਗਾ ਸਾਰੀ ਰਾਤ ਨੂੰ, ਜਦੋਂ ਸਵੇਰੇ ਉੱਠੂਗਾ ਉਦੋਂ ਵੀ ਟੈਨਸ਼ਨ। ਸਾਰਾ ਦਿਨ ਉਹੀ ਚੀਜ਼ਾਂ ਇਹਦੇ ਅੰਦਰ ਚੱਲਦੀਆਂ, ਫਿਰ ਹੁੰਦਾ ਕੀ ਆ, ਰਿਜ਼ਲਟ ਅੱਗੇ ਕੱਢ ਦਿੱਤਾ ਹੈ ਭਗਤ ਰਵਿਦਾਸ ਜੀ ਨੇ। ਜਨਮ ਸਰਾਨੋ ਪੰਥ ਨਾ ਸਵਾਰਾ, ਜਨਮ ਗਿਆ ਪੰਥ ਹੁੰਦਾ ਰਸਤਾ ਸਾਫ਼ ਨਹੀਂ ਕਰ ਪਾਇਆ। ਰਸਤਾ ਵਿਚਾਰੇ ਨੇ ਕੀ ਸਾਫ਼ ਕਰਨਾ ਸੀ, ਰਸਤੇ 'ਚ ਤਾਂ ਰੋੜੇ ਹੋਰ ਸੁੱਟਤੇ, ਕੰਕਰ ਪੱਥਰ ਸੁੱਟਤੇ, ਕਿਉਂਕਿ ਸਮਝ ਨਹੀਂ ਸੀ ਬਾਅਦ ਵਿੱਚ ਇਹ ਤੋਂ ਹੀ ਲੰਘਣਾ। ਮੈਂ ਜਿਹੜੇ ਰਾਹ ਤੇ ਤੁਰਨਾ ਸੀ ਉਹ 'ਚ ਕੰਡੇ ਬੀਜੇ ਨੇ, ਉਹ 'ਚ ਰੋੜੇ ਸੁੱਟੇ ਨੇ। ਇੱਕ ਸ਼ਾਇਰ ਪਤਾ ਕੀ ਕਹਿੰਦਾ ਹੈ, ਬੜਾ ਸੁੰਦਰ ਅਲਫਾਜ਼ ਨੇ ਉਹਦੇ, ਕਹਿੰਦਾ ਮਾਨਾ
इस जमी को गुलजार न कर सके। कहता मन्निया मैं सारी जमीन नूं गुलजार गुलिस्तान बगीचा नहीं बना सके, मानना, पर कुछ हार कम ही कर गए गुजरे जिस घर से। पर जिधर दी गुजरिया ना ते उत्थों मैं पत्थर चुके आ राह चों, फुल तां नहीं मैं ला सकिया सड़क दे किनारे, पर रोड़े भी मैं रहन नहीं दिते। जिधरों लंघिया रोड़े भी चक के पासे कीते आ। पर बंदे ने, भगत जी कहंदे, जन्म सरानो पंथ ना सवारा, सांझ परी दे दिस अंधियारा। कह रविदास निधान दीवाने, सांझ ही होर चीज़ां नाल पाली, ਉਹ चीज़ां ਜਿਹੜੀਆਂ गुरु नालों ਤੋੜਦੀਆਂ ਸੀ। कह रविदास, रविदास कहता है, रविदास जी कहते मैं आखदा हाँ निधान दीवाने, झल्ले बेहोश मस्त होए बंदे मैं तैनू कह रहा हाँ। कि रविदास कहता है चेत सनाही दुनिया फन खाने, तेनू चेते नहीं हैगा कि दुनिया जिहड़ी 4 दिनां दी डुग डुगी आ, दुनिया बाजीगर दी बाजी आ, तेनू चेता नहीं दुनिया तमाशा है, मैजिक शो आ एक जिहड़ा कुछ समय बाद बंद हो जाएगा, सदा नहीं रहना। दुनिया धुएं दा पहाड़ आ जिहड़ा सदा नहीं रहिंदा धुआं। दुनिया कह रविदास चिट्टा पलास्तरी मंदर आ, देखण नूं बड़ा सोहना, पर खट्टण खटाउण नूं इह सदा रहण वाला नहीं हैगा, इहने चलिया जाना है। क्या मांगू किश थिर नाही, मैं की मंगा दुनिया तो की मंगा, राम नाम रख मन माही। मैं तो राम दा नाम मंगूंगा, वो रहन वाला है। नाम रहियो साधु रहियो गुरु गोविंद। मैं जां तां नाम मंगूंगा, जां साधुआं दी संगत मंगूंगा, जां रब तो रब नूं मंगूंगा, क्योंकि इन्हां चीज़ां ने घुम फिर के उत्थे ही आ जाना। ਉਹਦਾ नाम भी ਉਹਦੇ ਨਾਲ जोड़ेगा, साधु सही साधु सच्चा साधु ਉਹਦੇ ਨਾਲ जोड़ेगा। रब तो रब नूं मंगोगे आटोमैटिक ही ਉਹਦੇ ਨਾਲ जुड़ोगे। कह रविदास आखदा है, भगत जी कहते मैं कह रहा हाँ निधान दीवाने, बेहोश बंदे चेतस नाही दुनिया फन खाने। पता तू इन्ना क्यों इदां दा हो गया, तेनू मरना याद नहीं। ये सीधा सीधा साफ साफ कह रहे आ। तू तां इन्ना रौला पाउना, तू तां दूजियां नूं जिउण नहीं दिंदा। दुनिया दे वड्डे वड्डे कम चुप चपीते हो रहे आ। सूरज चढ़ रहा चुप चाप, चन्न चढ़दा चुप चाप, माँ दे पेट विच बच्चे दा जन्म हुंदा चुप चाप, हौली हौली वधदा। 9 महीनों च रौला थोड़ी पैंदा, माँ नूं भी पता नहीं लगदा। दुनिया दे वड्डे वड्डे कम चुप चाप हुंदे ने। बंदे नूं थोड़ा जिहा दुख होवे, थोड़ा जिहा, हजे असल दुख तैनूं पता ही नहीं, मैं रब तो विछड़िया, मैनूं याद नहीं करदा। थोड़ा जिहा दुख होवे चीकां मारदा है, थोड़ा जिहा सुख मिल जे दूजियां नूं पैरां दी जुत्ती समझदा है। इस करके इत्थे मेले लगदे आ, लोग इकट्ठे हुंदे आ। ये कहंदा रौनकां लग जांदियां ने, पर इहनूं पता नहीं रौनक तां अंदर दी कोई चीज़ हुंदी आ। इस करके भगत जी नूं कहना पिया, तू तां बेहोश आ बंदिया, इन्ना बेहोश तैनूं पता ही नहीं मैं की मंगना, तैनूं पता ही नहीं मैं की मंगना। एक महापुरुषां ने एक गाथा लिखी आ, बड़ी सुंदर है, कह के समाप्ति है, जिहदे विच दसदे ने बंदा किन्ना लालची आ, आपदी शक्ल नहीं वेंदा, आपदे वल नहीं वेंदा, चाहुंदा है बहुत कुछ। कहंदे एक नगर दे विच एक दुकान खुली, ਉਹਦੇ ਵਿੱਚ ਉਹਨਾਂ ਲਿਖਿਆ ਸੀ कि ਇੱਥੇ ਤੁਸੀਂ ਮਨ ਚਾਹੀ ਪਤਨੀ ਆ ਜਿਹੜੀ ਉਹਨੂੰ ਪ੍ਰਾਪਤ ਕਰ ਸਕਦੇ ਹੋ, ਆਓ ਇਹਦੇ ਅੰਦਰ। ਇੱਕ ਨੌਜਵਾਨ ਉਹਦੇ ਵਿੱਚ ਚਲਿਆ ਜਾਂਦਾ ਹੈ। ਇੱਕ ਦਰਵਾਜ਼ੇ ਤੇ ਲਿਖਿਆ ਪਹਿਲੇ ਨੰਬਰ ਤੇ, 2 ਦਰਵਾਜ਼ੇ ਨੇ ਕਿ ਨੌਜਵਾਨ ਪਤਨੀ, ਦੂਜੇ ਤੇ ਲਿਖਿਆ ਵੱਧ ਉਮਰ ਵਾਲੀ ਪਤਨੀ। ਪਹਿਲਾ ਦਰਵਾਜ਼ਾ ਖੋਲਦਾ ਉਹ, ਅੱਗੇ ਕੁਝ ਹੁੰਦਾ ਨਹੀਂ, ਫਿਰ 2 ਦਰਵਾਜ਼ੇ ਆਉਂਦੇ ਨੇ। ਪਹਿਲੇ ਦਰਵਾਜ਼ੇ ਤੇ ਫਿਰ ਲਿਖਿਆ ਪੜ੍ਹਦਾ ਕਿ ਚੰਗਾ ਖਾਣਾ ਬਣਾਉਣ ਵਾਲੀ। ਦੂਜੇ ਨੰਬਰ ਤੇ ਲਿਖਿਆ ਜਿਹੜੇ ਖਾਣਾ ਬਣਾਉਣਾ ਨਹੀਂ ਆਉਂਦਾ। ਪਹਿਲਾ ਨੰਬਰ ਫਿਰ ਖੋਲਦਾ, ਪਹਿਲਾ ਦਰਵਾਜ਼ਾ ਹੀ ਖੋਲਦਾ। ਫਿਰ ਅੱਗੇ ਲਿਖਿਆ ਹੈ ਬੜੀ ਸੁੰਦਰ ਜਿਹੜੀ ਖੂਬਸੂਰਤ ਹੋਵੇਗੀ, ਦੂਜੇ ਪਾਸੇ ਲਿਖਿਆ ਜਿਹੜੀ ਕੁਰੂਪ ਹੋਵੇਗੀ।
ਇਹ ਪਹਿਲਾਂ ਹੀ ਚੁਣਦਾ, ਪਹਿਲਾਂ ਚੁਣਦਾ, ਫਿਰ ਅੱਗੇ ਜਾਂਦਾ। ਉੱਥੇ ਲਿਖਿਆ ਸੰਗੀਤ ਗਾਉਣ ਵਾਲੀ ਇੱਕ ਆ ਬੇਸੁਰੀ, ਜਿਹਨੂੰ ਗਾਉਣਾ ਨਹੀਂ ਆਉਂਦਾ, ਇਹ ਫਿਰ ਪਹਿਲਾਂ ਚੁਣਦਾ। ਇੱਦਾਂ ਪਹਿਲੇ ਦਰਵਾਜ਼ੇ ਚੁਣਦਾ ਜਾਂਦਾ, ਅੱਗੇ ਕੁਝ ਮਿਲਦਾ ਤਾਂ ਨਹੀਂ। ਜਦੋਂ ਅਖੀਰ ਆਉਂਦੀ ਉੱਥੇ ਇੱਕ ਸ਼ੀਸ਼ਾ ਲੱਗਾ ਹੁੰਦਾ, ਸ਼ੀਸ਼ਾ ਲੱਗਾ ਹੁੰਦਾ ਉਹਦੇ ਵਿੱਚ। ਇਹ ਸਾਰੇ ਦਰਵਾਜ਼ੇ ਚੁਣਦਾ। ਜਿਵੇਂ ਪਹਿਲੇ ਦਰਵਾਜ਼ੇ 'ਤੇ ਲਿਖਿਆ ਦਾਜ ਲਿਆਉਣ ਵਾਲੀ, ਦੂਜੇ 'ਤੇ ਲਿਖਿਆ ਨਹੀਂ ਜਿਹੜੀ ਦਾਜ ਨਹੀਂ ਦਊਗੀ, ਨਹੀਂ ਲੈ ਕੇ ਆਊਗੀ, ਨਾਲ ਆਪ ਹੀ ਆਊਗੀ। ਇਹ ਪਹਿਲਾਂ ਚੁਣਦਾ ਦਾਜ ਲਿਆਉਣ ਵਾਲੀ। ਅੱਗੇ ਜਦੋਂ ਜਾਂਦਾ ਤਾਂ ਇੱਕ ਸ਼ੀਸ਼ਾ ਲੱਗਾ, ਮਹਾਂਪੁਰਸ਼ ਲਿਖਦੇ ਨੇ, ਕਹਿੰਦੇ ਉਹ ਸ਼ੀਸ਼ੇ 'ਤੇ ਉੱਪਰ ਇੱਕ ਗੱਲ ਲਿਖੀ ਆ। ਕਹਿੰਦੇ ਇਹ ਲਿਖਿਆ ਹੋਇਆ, ਬੰਦਿਆ ਤੂੰ ਬਹੁਤ ਗੁਣਾਂ ਦਾ ਚਾਹਵਾਨ ਆ, ਤੂੰ ਬਹੁਤ ਚੀਜ਼ਾਂ ਦਾ ਇਸ਼ਕ ਆ, ਪਹਿਲਾਂ ਆਪਦੀ ਸ਼ਕਲ ਦੇਖ ਲਾ ਵੀ ਤੂੰ ਇਹਦੇ ਯੋਗ ਹੈ। ਤੂੰ ਪਹਿਲੇ ਦਰਵਾਜ਼ੇ ਨੂੰ ਚੁਣ ਕੇ ਇੱਥੇ ਆਇਆ, ਇਹ ਸ਼ੀਸ਼ਾ ਇੱਥੇ ਤਾਂ ਟੰਗਿਆ ਹੈ, ਤੂੰ ਇੰਨਾ ਕੁਝ ਚਾਹੁੰਦਾ, ਇੰਨਾ ਕੁਝ ਮੰਗਦਾ ਰੱਬ ਤੋਂ, ਪਹਿਲਾਂ ਆਪਦੀ ਇਹ ਸ਼ੀਸ਼ੇ ਵਿੱਚ ਸ਼ਕਲ ਦੇਖ, ਤੂੰ ਕਿ ਇਹਦੇ ਕਾਬਿਲ ਹੈ ਕਿ ਨਹੀਂ। ਹੋਰ 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 ਦੀ ਮੰਗ ਬੰਦੇ ਦੇ ਅੰਦਰ ਆ, ਮੈਂ ਹਉਮੈ ਜਿਹਨੂੰ ਕਹਿੰਦੇ ਨੇ, ਉਹਦੇ ਕਰਕੇ ਹੀ ਬਸ ਇਹਨੂੰ ਜਿਉਣਾ ਨਹੀਂ ਆਉਂਦਾ। ਕਹਿ ਰਵਿਦਾਸ ਨਿਧਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਬੰਦਾ ਬੜਾ ਕੁਝ ਮੰਗਦਾ, ਜੋ ਮੰਗਦਾ ਉਹ ਮਿਲਦਾ ਨਹੀਂ। ਜਦੋਂ ਰੱਬ ਨੂੰ ਮੰਗ ਲੈਂਦਾ ਹੈ ਬੰਦਾ, ਉਹਨੂੰ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ। ਫਿਰ ਉਹ ਮੰਗਦਾ ਚਾਹੇ ਨਹੀਂ ਮੰਗਦਾ, ਉਹਨੂੰ ਸਭ ਕੁਝ ਹੀ ਮਿਲ ਜਾਂਦਾ। ਉਹਨਾਂ ਨੇ ਨਤੀਜਾ ਅੰਤ ਦੇ ਵਿੱਚ ਇਹ ਕੱਢਿਆ ਹੈ ਇਸ ਅਫਸਾਨੇ ਦਾ ਕਿ ਜਿਹੜਾ ਰੱਬ ਤੋਂ ਰੱਬ ਨੂੰ ਮੰਗਦਾ, ਬਾਅਦ ਵਿੱਚ ਉਹਨੂੰ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ, ਉਹ ਰੱਜ ਜਾਂਦਾ ਹੈ। ਕਿਉਂਕਿ ਰੱਬ ਦੇ ਨਾਲ ਗੁਣ ਆਉਂਦੇ ਨੇ, ਉਹਨੂੰ ਚੇਤੇ ਕਰੀਏ, ਗੁਣ ਆਉਂਦੇ ਨੇ, ਸੰਤੋਖ ਆਉਂਦਾ, ਸਬਰ ਆਉਂਦਾ, ਰੱਜ ਆਪੇ ਹੀ ਆ ਜਾਂਦਾ। ਜਿਹੜਾ ਬੰਦਾ ਬੰਦਗੀ ਨਹੀਂ ਕਰਦਾ, ਸੰਗਤ ਨਹੀਂ ਕਰਦਾ, ਉਹਦਾ ਉਹ ਹਾਲ ਹੁੰਦਾ ਹੈ। ਉਹ ਨੌਜਵਾਨ ਵਾਲਾ ਲਿਖਿਆ ਉਹਨਾਂ ਨੇ, ਦਰਵਾਜ਼ੇ 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 ਖੋਲ੍ਹੀ ਜਾਂਦਾ, ਅੰਤ ਵਿੱਚ ਮਿਲਦਾ ਕੁਝ ਨਹੀਂ ਉਹਨੂੰ। ਇੰਨੀਆਂ ਕੁ ਬੇਨਤੀਆਂ ਨੂੰ ਸਵੀਕਾਰ ਕਰੋ। ਗੁਰੂ ਸਾਹਿਬ ਜੀ ਦੀ ਸ਼ਾਨ ਬੜੀ ਉੱਚੀ ਹੈ ਜੀ, ਬੋਲਦਿਆਂ ਇੱਕ ਨਹੀਂ, ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਸਤਿਗੁਰ ਜੀ ਬਖਸ਼ਿੰਦ ਪਿਤਾ ਨੇ ਸਾਨੂੰ ਬਖਸ਼ ਲੈਣ। ਆਓ ਪਿਆਰ ਦੇ ਨਾਲ ਆਪਾਂ ਵੀ ਰਲ ਕੇ ਕਰ ਬੰਦਗੀ, ਛਾੜ ਮੈਂ ਮੇਰਾ ਹਿਰਦੈ ਨਾਮ ਸੰਭਾਰ ਸਵੇਰਾ। ਕਰ ਬੰਦਗੀ ਛਾੜ ਮੈਂ ਮੇਰਾ, ਮੈਂ ਨੂੰ ਹਟਾ ਕੇ ਤੂੰ 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 ਵਾਹਿਗੁਰੂ, ਤੂੰ 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 ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ। ਕੀ ਪਤਾ ਸਾਡੀ ਹਉਮੈ ਦਾ ਗਲਾ ਕੱਟਿਆ ਜਾਵੇ, ਅਸੀਂ ਵੀ ਉਸ ਪਾਕ ਪਰਵਦਗਾਰ ਖੁਦਾ ਦੇ ਦਰ ਤੇ ਕਬੂਲ ਹੋ ਜਾਈਏ। ਵਾਹਿਗੁਰੂ 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 ਵਾਹਿਗੁਰੂ
ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ